ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਾਹਮਣੇ ਤੰਤੀ ਸਾਜ਼ ਦੇਖ ਕੇ ਅੰਦਾਜ਼ਾ ਲਗਾ ਹੀ ਲਿਆ ਹੋਵੇਗਾ ਕਿ ਮੈਂ ਤੁਹਾਨੂੰ ਕਿਹਦੇ ਨਾਲ ਮਿਲਵਾਉਣ ਜਾ ਰਿਹਾ। ਤੰਤੀ ਸਾਜ਼ਾਂ ਦੇ ਇਹਨਾਂ ਮੈਨੂੰ ਪਹਿਲਾਂ ਕਿਹਾ ਮਾਹਿਰ ਨਹੀਂ ਕਹਿਣਾ, ਪਰ ਜਿੰਨੇ ਤੰਤੀ ਸਾਜ਼ ਇਹਨਾਂ ਦੇ ਕੋਲ ਹੈ ਮਾਹਿਰ ਕਹਿਣਾ ਬਣਦਾ ਹੈ। ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਤੰਤੀ ਸਾਜ਼ ਜਿਹੜੇ ਬਹੁਤ ਖੂਬਸੂਰਤ ਵਜਾਉਂਦੇ ਆ, ਔਰ ਇਹਨਾਂ ਦਾ ਪਿੰਡ ਹੈ ਪਿੰਡ ਡਾਲੇ ਕੇ, ਜ਼ਿਲ੍ਹਾ ਤਰਨਤਾਰਨ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੜਾ ਆਨੰਦ ਆ ਰਿਹਾ ਸੀ ਜਦੋਂ ਇਹ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਵਜਾ ਰਹੇ ਸੀ। ਉਹ ਵੀ ਆਪਾਂ ਸੁਣਾਂਗੇ, ਪਰ ਪਹਿਲਾਂ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਮਾਂ ਦੇਣ ਦੇ ਲਈ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਇਹ ਜਿਹੜਾ ਤੁਸੀਂ ਤੰਤੀ ਸਾਜ਼ ਵਜਾਉਣੇ ਸ਼ੁਰੂਆਤ ਕਿੱਥੋਂ ਕੀਤੀ, ਕਿਵੇਂ ਸਬੱਬ ਬਣਿਆ? ਵੀਰ ਜੀ ਮੈਂ 12ਵੀਂ ਕਲਾਸ ਕਰਨ ਤੋਂ ਬਾਅਦ ਇੱਥੇ ਪਿੰਡ ਹੀ ਮੈਂ ਪੜ੍ਹਿਆ ਆ। ਅਗਾੜਾ ਪਛਾੜਾ ਇੱਥੇ ਨੇੜੇ ਹੀ ਤੁਸੀਂ ਦਰਸ਼ਨ ਕਰ ਸਕਦੇ, ਇਤਿਹਾਸਕ ਸਥਾਨ ਆ, ਉਹਦੇ ਨੇੜੇ ਸਕੂਲ ਆ ਪਿੰਡ ਜੀਓ ਵਾਲਾ। ਉਸ ਤੋਂ ਬਾਅਦ ਮੈਨੂੰ ਚਾਅ ਸੀਗਾ ਸ਼ੁਰੂ ਤੋਂ ਕਿ ਮੈਂ ਕੀਰਤਨ ਸਿੱਖਾਂ, ਇਸ ਲਾਈਨ ਦੇ ਵਿੱਚ ਅੱਗੇ ਵਧਾਂ। ਅਤੇ ਸਾਡੇ ਪਿੰਡੋਂ ਇੱਕ ਜਥਾ ਅਨੰਦਪੁਰ ਸਾਹਿਬ ਹਰ ਵਾਰੀ ਜਾਂਦਾ ਸੀ। ਉੱਥੇ ਸ਼੍ਰੀ ਅਨੰਦਪੁਰ ਸਾਹਿਬ ਖਾਲਸਾ ਨਾਮ ਦੀ ਇੱਕ ਅਕੈਡਮੀ ਹੈ ਜਿੱਥੇ ਮੈਨੂੰ ਜਾਣ ਦਾ ਮੌਕਾ ਬਣਿਆ। ਅਤੇ ਉੱਥੇ ਜਾ ਕੇ ਅਸੀਂ ਬਾਬਾ ਜੀ ਕੋਲ ਹਾਜ਼ਰ ਹੋਏ। ਬਾਬਾ ਇੰਦਰਪਾਲ ਸਿੰਘ ਜੀ ਖਾਲਸਾ ਉੱਥੇ ਸੇਵਾ ਕਰਵਾ ਰਹੇ ਨੇ, ਅਤੇ ਉੱਥੇ ਮੈਂ ਅਕੈਡਮੀ ਦੇ ਵਿੱਚ ਦਾਖਲਾ ਲੈ ਲਿਆ। ਉੱਥੋਂ ਹੀ ਫਿਰ ਮੇਰੀ ਇਹ ਸ਼ੁਰੂਆਤ ਹੋਈ। ਮੈਂ ਤਾਂ ਘਰੋਂ ਮੈਨੂੰ ਤਾਂ ਹਾਰਮੋਨੀਅਮ ਨਾਲ ਹੀ ਕੀਰਤਨ ਸੁਣਦੇ ਆ ਰਹੇ ਸੀ, ਅਤੇ ਹਾਰਮੋਨੀਅਮ ਹੀ ਸਿੱਖਣ ਦੀ ਚਾਹਨਾ ਸੀਗੀ ਦਿਲ ਦੇ ਵਿੱਚ। ਪਰ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਇਕੱਲਾ ਕੀਰਤਨ ਜਿਹੜਾ ਉਹ ਹਾਰਮੋਨੀਅਮ ਦੇ ਤੱਕ ਹੀ ਸੀਮਿਤ ਨਹੀਂ ਆ, ਉਸ ਤੋਂ ਅੱਗੇ ਵੀ ਇਹਦੇ ਵਿੱਚ ਬਹੁਤ ਕੁਛ ਹੈ। ਅਤੇ ਫਿਰ ਸਤਿਗੁਰੂ ਜੀ ਨੇ ਵੀ ਐਸੀ ਕਿਰਪਾ ਕੀਤੀ ਕਿ ਚਲੋ ਹੌਲੀ ਹੌਲੀ ਮੇਰਾ ਰੁਝਾਨ ਜਿਹੜਾ ਸੀ ਉਹ ਤੰਤੀ ਸਾਜ਼ਾਂ ਵੱਲ ਦੇਖ ਦੇਖ ਕੇ ਉੱਥੇ ਅਕੈਡਮੀ ਦੇ ਬੱਚੇ ਜਿਹੜੇ ਵਜਾਉਂਦੇ ਉੱਥੇ ਵਜਾਉਂਦੇ ਸੀ ਬੱਚੇ, ਕਿ ਜਾਂ ਤੁਹਾਡੇ ਅੰਦਰੋਂ ਹੀ ਫੁਰਨਾ ਫੁਰਿਆ ਕਿ ਤੰਤੀ ਸਾਜ਼ ਸਿੱਖਣਾ ਚਾਹੀਦਾ? ਨਹੀਂ ਜੀ, ਉੱਥੇ ਬੱਚੇ ਵਜਾਉਂਦੇ ਸੀ ਕੀਰਤਨ, ਸਾਜ਼ ਵਜਾਉਂਦੇ ਸੀ। ਉਹਨਾਂ ਬੱਚਿਆਂ ਵੱਲ ਦੇਖ ਕੇ ਮਨ ਦੇ ਵਿੱਚ ਉਤਸ਼ਾਹ ਪੈਦਾ ਹੁੰਦਾ ਸੀ ਕਿ ਮੈਂ ਵੀ ਵਜਾਵਾਂ ਇੱਦਾਂ, ਵੀ ਮੈਨੂੰ ਵੀ ਆਵੇ ਇਹ ਸਾਜ਼ ਵਜਾਉਣਾ। ਵੀ ਹਾਰਮੋਨੀਅਮ ਦੇ ਉੱਤੇ ਮੈਂ ਜੋ 2 4 10 15 ਸ਼ਬਦ ਜਦੋਂ ਮੈਂ ਕੱਢ ਲਏ, ਉਹ ਸਾਰੇ ਇਹੀ ਗੱਲ ਕਹਿੰਦੇ ਸੀ ਕਿ ਪਹਿਲਾਂ ਹਾਰਮੋਨੀਅਮ ਸਿੱਖੋ, ਉਸ ਤੋਂ ਬਾਅਦ ਤੁਹਾਨੂੰ ਇਸ ਪਾਸੇ ਲਾਇਆ ਜਾਊਗਾ। ਚਲੋ ਜੱਦੋ ਜਹਿਦ ਕਰਨ ਦੇ ਨਾਲ ਮੈਂ ਹੌਲੀ ਹੌਲੀ ਫਿਰ ਤੰਤੀ ਸਾਜ਼ ਮੋਢੇ ਨਾਲ ਲਾਉਣਾ ਸ਼ੁਰੂ ਕਰ ਦਿੱਤਾ। ਫਿਰ ਬਾਬਾ ਜੀ ਨੇ ਸਾਡੀ ਜਿਹੜੀ ਤਾਲੀਮ ਸੀ ਉਹ ਉਸਤਾਦ ਸ਼ਮਿੰਦਰਪਾਲ ਸਿੰਘ ਜੀ, ਜੋ ਜਲੰਧਰ ਆਲ ਇੰਡੀਆ ਰੇਡੀਓ 'ਤੇ ਏ ਗ੍ਰੇਡ ਆਰਟਿਸਟ ਨੇ, ਉਹ ਸਰੰਗੀ ਵਾਦਕ ਨੇ, ਉਹਨਾਂ ਦਾ ਸਿੱਖ ਕੌਮ ਦੇ ਵਿੱਚ ਨਾਮ ਹੈ। MA ਉਹਨਾਂ ਨੇ ਪਹਿਲੇ ਸਿੱਖ ਸਟੂਡੈਂਟ ਨੇ ਜਿਨ੍ਹਾਂ ਨੇ MA ਸਰੰਗੀ ਇੰਸਟਰੂਮੈਂਟ ਦੇ ਉੱਤੇ ਕੀਤੀ ਹੈ, ਅਤੇ ਬਹੁਤ ਵੱਡੇ ਘਰਾਣੇ ਤੋਂ ਤਾਲੀਮ ਉਹਨਾਂ ਨੇ ਹਾਸਲ ਕੀਤੀ। ਅਤੇ ਅੱਗੇ ਸਾਨੂੰ ਇਨ ਬਿਨ ਉਸੇ ਹੀ ਤਰ੍ਹਾਂ ਜਿੱਦਾਂ ਉਹਨਾਂ ਨੇ ਆਪ ਸਿੱਖਿਆ ਉਸੇ ਤਰ੍ਹਾਂ ਹੀ ਸਾਡੇ ਵਿੱਚ ਪ੍ਰਚਾਰ ਕੀਤਾ। ਸਾਨੂੰ ਵੀ ਮਤਲਬ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਸਿਖਾਇਆ। ਅਤੇ ਗੁਰਬਾਣੀ ਕੀਰਤਨ ਰਾਗਬੱਧ ਜੋ ਗੁਰਬਾਣੀ ਕੀਰਤਨ ਜੋ ਪਰੰਪਰਾ ਹੈ ਪੁਰਾਣੀ, ਉਹਦੇ 'ਤੇ ਆਧਾਰਿਤ ਸਾਨੂੰ ਜਿਹੜਾ ਹੈ ਕੀਰਤਨ ਉਹਨਾਂ ਨੇ ਜੋੜਿਆ ਫਿਰ ਇਸ ਪਾਸੇ ਜੀ। ਉਹ ਜਦੋਂ ਰਹਿੰਦੇ ਸੀ ਜਲੰਧਰ, ਤੁਸੀਂ ਉਦੋਂ ਸ੍ਰੀ ਅਨੰਦਪੁਰ ਸਾਹਿਬ ਉੱਥੇ ਗਏ, ਫਿਰ ਇਹਨਾਂ ਜਿਹੜਾ ਵਾਇਆ ਸੀ ਤੁਸੀਂ ਉਹ ਕਿਵੇਂ ਤੈਅ ਕਰਦੇ ਰਹੇ? ਰੋਜ਼ਾਨਾ ਆਉਂਦੇ ਸੀ, ਕਿਵੇਂ ਕਰਦੇ ਸੀ? ਬਾਬਾ ਜੀ ਜਿਹੜੇ ਆਪਣੀ ਅਕੈਡਮੀ ਦੇ ਸੀ ਉਹ ਵੀ ਕੀਰਤਨ ਦੇ ਨਾਲ ਬਹੁਤ ਪ੍ਰੇਮ ਕਰਦੇ ਸੀ। ਉਹਨਾਂ ਨੇ ਸਪੈਸ਼ਲ ਸੇਵਾ ਇੱਕ ਗੱਡੀ ਦੀ ਲੱਗੀ ਸੀ, ਉੱਥੋਂ ਅਕੈਡਮੀ ਦੀ ਗੱਡੀ ਸੀ, ਜਿਹੜੀ ਹਫਤੇ ਵਿੱਚ ਜਾਂ ਮਹੀਨੇ 'ਚ 2 3 ਵਾਰ ਸਾਡਾ ਗਰੁੱਪ ਲੈ ਕੇ
ਤੇ ਜਲੰਧਰ ਸਾਨੂੰ ਉਸਤਾਦ ਜੀ ਕੋਲ ਜਾਈਦਾ ਸੀ। ਪੂਰਾ ਦਿਨ ਉਹਨਾਂ ਦੇ ਕੋਲੋਂ ਸਮਾਂ ਲੈ ਕੇ ਅਸੀਂ ਸਾਰਾ ਦਿਨ ਸਾਡੇ ਕੋਲ ਬੈਠੇ ਸਾਨੂੰ ਸਿਖਾਉਂਦੇ ਰਹਿੰਦੇ ਸੀ। ਸ਼ਾਮ ਨੂੰ ਜਦੋਂ ਅਸੀਂ ਵਾਪਸ ਫਿਰ ਅਨੰਦਪੁਰ ਸਾਹਿਬ ਉਸੇ ਅਕੈਡਮੀ ਦੀ ਗੱਡੀ ਦੇ ਉੱਤੇ ਵਾਪਸ ਚਲੇ ਜਾਂਦੇ ਸੀ। ਇੱਦਾਂ ਲੱਗਦਾ ਹੈ ਕਿ ਜੇਕਰ ਪਿੰਡ ਰਹਿ ਕੇ ਇਹ ਸਭ ਕੁਝ ਸਿੱਖਣਾ ਹੁੰਦਾ, ਇਹ ਮੁਮਕਿਨ ਸੀ, ਹੋ ਸਕਦਾ ਸੀ, ਇਵੇਂ ਤੁਸੀਂ ਸਿੱਖ ਸਕਦੇ ਸੀ? ਬਾਬਾ ਜੀ ਮੈਂ 12ਵੀਂ ਕਲਾਸ ਤੱਕ ਕਦੀ ਐਸੇ ਸਾਜ਼ ਦੇ ਦਰਸ਼ਨ ਵੀ ਨਹੀਂ ਸੀ ਕੀਤੇ। ਸਿਰਫ ਦਰਬਾਰ ਸਾਹਿਬ ਤੋਂ ਜਦੋਂ ਟੀਵੀ ਤੇ ਗੁਰਬਾਣੀ ਆਉਣੀ ਜਾਂ ਜਾਣਾ ਨੇੜੇ ਕਿਸੇ ਗੁਰੂ ਘਰ ਦੇ ਵਿੱਚ ਤੇ ਕੀਰਤਨ ਹਾਰਮੋਨੀਅਮ ਨਾਲ ਹੁੰਦਾ ਦੇਖਿਆ, ਤੇ ਮੈਨੂੰ ਤੇ ਪਤਾ ਹੀ ਨਹੀਂ ਸੀ ਕਿ ਇਹਨਾਂ ਸਾਜ਼ਾਂ ਦੇ ਨਾਲ ਕੀਰਤਨ ਵੀ ਹੁੰਦਾ। ਕਿਤੇ ਢਾਡੀ ਸਮਾਗਮਾਂ ਦੇ ਵਿੱਚ ਜਾਣਾ ਤੇ ਸਰੰਗੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਅੱਗੇ, ਇਹ ਟੋਟਾ ਸਰੰਗੀ ਹੈ, ਇਹਦੀਆਂ ਵੀ ਕਈ ਕਿਸਮਾਂ, ਚਲੋ ਵਿਸ਼ਾ ਵੱਖਰਾ ਆ। ਇਹਦੇ ਨਾਲ ਸਿਰਫ ਅਸੀਂ ਢਾਡੀ ਵਾਰਾਂ ਲੱਗਦੀਆਂ ਦੇਖੀਆਂ ਮੇਲਿਆਂ ਤੇ, ਕਿਉਂਕਿ ਮੇਲੇ ਵੇਖਣ ਦਾ ਸ਼ੌਂਕ ਹੁੰਦਾ ਸੀ, ਪਰ ਮੇਲਿਆਂ ਦੇ ਵਿੱਚ ਵੀ ਜਾ ਕੇ ਅਸੀਂ ਦੀਵਾਨ ਤੇ ਬਹਿੰਦੇ ਨਹੀਂ ਸੀ। ਸਿਰਫ ਉਦੋਂ ਇੱਕ ਸਾਜ਼ ਦੇਖਿਆ ਕਿ ਇਹ ਸਰੰਗੀ ਵਜਾ ਰਹੇ ਨੇ, ਢੱਡ ਵਜਾ ਰਹੇ ਨੇ, ਤੇ ਕੀਰਤਨ ਹੁੰਦਾ ਕਦੀ ਤੰਤੀ ਸਾਜ਼ ਨਾਲ ਨਹੀਂ ਸੀ ਦੇਖਿਆ ਅੱਖਾਂ ਦੇ ਨਾਲ। ਤੇ ਪਤਾ ਹੀ ਨਹੀਂ ਸੀ, ਜੇ ਇੱਥੇ ਪਿੰਡ ਹੀ ਰਹਿੰਦੇ ਹੁੰਦੇ ਤੇ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਰਬਾਬ ਨਾਲ ਵੀ ਕੀਰਤਨ ਹੁੰਦਾ, ਜਾਂ ਜਿਹੜਾ ਦਰਬਾਰ ਸਾਹਿਬ ਹੁਣ ਸਾਈਡ ਤੇ ਸਾਜ਼ ਵੱਜਣਾ ਸ਼ੁਰੂ ਹੋਇਆ ਵੀ ਉਹ ਕਿਹੜੇ ਸਾਜ਼ ਨੇ ਕਿਹੜੇ ਨਹੀਂ, ਸਾਨੂੰ ਪਤਾ ਨਹੀਂ ਸੀ ਲੱਗਣਾ ਕਿਸੇ ਤਰ੍ਹਾਂ ਦਾ। ਤੇ ਹੁਣ ਸਤਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਹੈ ਕਿ ਥੋੜ੍ਹਾ ਮੈਂ ਸਾਰੇ ਹੀ ਸਾਜ਼ ਤੁਸੀਂ ਪਿੱਛੇ ਦੇਖ ਹੀ ਰਹੇ ਹੋ, ਆਪਾਂ ਵਜਾ ਵੀ ਰਹੇ ਸੀ ਇੰਟਰਵਿਊ ਤੋਂ ਪਹਿਲਾਂ, ਤੇ ਮੈਂ ਫਿਰ ਹੌਲੀ ਗੁਰੂ ਜੀ ਨੇ ਕਿਰਪਾ ਕੀਤੀ ਤੇ ਵਜਾਉਣੇ ਸ਼ੁਰੂ ਕੀਤੇ। ਸ਼ੁਰੂਆਤ ਤੁਸੀਂ ਰਬਾਬ ਤੋਂ ਹੀ ਕੀਤੀ ਜੀ? ਹਾਂਜੀ, ਸ਼ੁਰੂਆਤ ਮੇਰੇ ਮਨ ਦੇ ਵਿੱਚ ਨਾ ਇੱਛਾ ਸੀਗੀ, ਮੈਂ ਉਸਤਾਦ ਸ਼ਮਿੰਦਰਪਾਲ ਸਿੰਘ ਜੀ ਦੇ ਨਾ ਸਰੰਗੀ ਸੁਣ ਕੇ ਤੇ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਸਰੰਗੀ ਸਿੱਖਣੀ। ਤੇ ਇੱਕ ਸਰੰਗੀ ਪਹਿਲਾਂ ਦੇਖੀ ਵੀ ਹੋਈ ਹੋਣ ਕਰਕੇ ਮੇਰੇ ਮਨ ਦੇ ਵਿੱਚ ਇਹ ਆਇਆ, ਪਰ ਉੱਥੇ ਬਾਬਾ ਜੀ ਨੇ ਹੁਕਮ ਲਾਇਆ ਕਿ ਰਬਾਬੀ ਕੋਈ ਨਹੀਂ ਹੈ ਸਿੱਖ ਕੌਮ ਦੇ ਵਿੱਚ ਵੀ ਜਿਹੜਾ ਆਪ ਰਬਾਬ ਦੇ ਨਾਲ ਕੀਰਤਨ ਕਰਦਾ ਹੋਵੇ, ਆਪ ਰਬਾਬ ਵਜਾ ਕੇ। ਫਿਰ ਉਹਨਾਂ ਦੇ ਹੁਕਮ ਨੂੰ ਮੈਂ ਮੰਨ ਕੇ ਤੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਤੇ ਉਸਤਾਦ ਜੀ ਨੂੰ ਮੈਂ ਰਬਾਬ ਸਿਖਾਉਣ ਬਾਰੇ ਹੀ ਬੇਨਤੀ ਕੀਤੀ ਕਿ ਮੈਨੂੰ ਤੁਸੀਂ ਰਬਾਬ ਸਿਖਾਓ। ਸਿੱਖਣ ਦੇ ਵਿੱਚ ਜਿਵੇਂ ਸ਼ੁਰੂਆਤ ਦੌਰਾਨ 'ਚ ਤੁਸੀਂ ਪਹਿਲਾਂ ਹਾਰਮੋਨੀਅਮ ਵੀ ਸਿੱਖਿਆ, ਔਰ ਤੇ ਤੁਸੀਂ ਦੱਸਿਆ ਕਿ ਸ਼ਬਦ ਪੜ੍ਹਦੇ ਸੀ, ਉਸ ਤੋਂ ਬਾਅਦ ਰਬਾਬ ਵਜਾਉਣ ਦੇ ਵਿੱਚ, ਸਿੱਖਣ ਦੇ ਵਿੱਚ, ਔਰ ਜੋ ਹਾਰਮੋਨੀਅਮ ਸਿੱਖਿਆ ਤੁਸੀਂ, ਉਹਦੇ ਵਿੱਚ ਕੀ ਅੰਤਰ ਲੱਗਾ ਤੁਹਾਨੂੰ? ਵੇਖੋ ਜੀ, ਆਪਾਂ ਜਦੋਂ ਇਹ ਨਾ ਸਾਰੇ ਵੱਖਰੇ ਵਿਸ਼ੇ ਨੇ, ਹਾਰਮੋਨੀਅਮ ਕੋਈ ਮਾੜਾ ਸਾਜ਼ ਨਹੀਂ ਹੈ, ਪਰ ਗੁਰਬਾਣੀ ਮੇਰੇ ਖਿਆਲ ਦੇ ਮੁਤਾਬਕ ਜਿਸ ਵੇ ਦੇ ਨਾਲ ਪ੍ਰਗਟ ਹੋਈ, ਜਿੱਦਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਰਚਨਾ ਕੀਤੀ, ਸਭ ਤੋਂ ਪਹਿਲਾਂ ਗੁਰਬਾਣੀ ਉਹਨਾਂ ਦੁਆਰਾ ਆਈ ਤੇ ਜਿਹੜੇ ਸਾਜ਼ ਦੁਆਰਾ ਆਈ। ਕੀਰਤਨ ਸਿੱਖਣ ਤੋਂ ਬਾਅਦ ਮੈਨੂੰ ਇਹ ਅਨੁਭਵ ਹੋਇਆ ਅੰਦਰੋਂ ਹੀ ਕਿ ਜੇ ਮੈਂ ਖੁਦ ਰਬਾਬ ਵਜਾ ਕੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਪੜ੍ਹਿਆ ਤੇ ਮੈਨੂੰ ਇੰਨਾ ਆਨੰਦ ਆਇਆ, ਤੇ ਕਾਇਨਾਤ ਨੂੰ ਉਸ ਸਮੇਂ ਕਿੰਨਾ ਆਨੰਦ ਆਇਆ ਹੋਵੇਗਾ। ਜਿਹੜੇ ਸੱਜਣ ਵਰਗੇ ਵੀ ਜਿਹੜੇ ਸੀ ਉਹ ਸੁਧਰ ਗਏ, ਕੌਡੇ ਰਾਕਸ਼ ਵਰਗੇ ਵੀ ਜਿਹੜੇ ਸੀ ਉਹ ਸੁਧਰ ਗਏ। ਤੇ ਇਹਨਾਂ ਦੇ ਨਾਲ ਜਿਹੜਾ ਆਨੰਦ ਹੈ ਉਹਦੀ ਆਪਾਂ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ, ਇਹਨੂੰ ਆਪਾਂ ਤੁਲਨਾ ਕਰ ਹੀ ਨਹੀਂ ਸਕਦੇ ਕਿ ਹਾਰਮੋਨੀਅਮ ਦੇ ਨਾਲ ਇੰਨਾ ਆਉਂਦਾ ਜਾਂ ਇਹਨਾਂ ਦੇ ਨਾਲ ਇੰਨਾ ਆਉਂਦਾ, ਉਹ ਗੱਲ ਚੰਗੀ ਨਹੀਂ ਹੈ। ਵੀ ਜਿਹੜਾ ਇਹ ਆਨੰਦ ਆ ਇਹ ਵੱਖਰਾ ਹੀ ਬਿਆਨ ਨਹੀਂ ਕੀਤਾ ਜਾ ਸਕਦਾ। ਜਿਹੜਾ ਇਹ ਆਨੰਦ ਹੈ ਇਹੀ ਤੁਹਾਨੂੰ ਅੱਗੇ ਦੀ ਇਹ ਲੈ ਕੇ ਗਿਆ ਜੀ? ਬਿਲਕੁਲ ਜੀ, ਬਿਲਕੁਲ। ਹੁਣ ਇਹ ਸਾਜ਼ ਫੜ ਕੇ ਜਦੋਂ ਆਪਾਂ ਪ੍ਰੈਕਟਿਸ ਕਰਨੀ ਸ਼ੁਰੂ ਕਰਦੇ ਹਾਂ, ਉਦੋਂ ਫਿਰ ਪਤਾ ਹੀ ਨਹੀਂ ਚੱਲਦਾ ਸਮੇਂ ਦਾ। ਆਪਾਂ ਸੋਚ ਕੇ ਬੈਠਦੇ ਹਾਂ ਕਿ ਕੋਈ ਨਹੀਂ, ਹੁਣ 1 ਘੰਟਾ ਜਾਂ ਅੱਧਾ ਘੰਟਾ ਲਾ ਲੈਂਦੇ ਹਾਂ, ਪਰ ਉਹ ਜਦੋਂ ਸਮਾਂ ਦੇਖਣ ਤੋਂ ਬਾਅਦ ਹੀ ਪਤਾ ਚੱਲਦਾ ਕਿ ਕਦੋਂ 2 ਘੰਟੇ ਜਾਂ 4 ਘੰਟੇ ਕਦੋਂ ਲੰਘ ਗਏ। ਤੇ ਜਦੋਂ ਉਸਤਾਦ ਜੀ ਕੋਲ ਸਿੱਖਣ ਜਾਈਦਾ ਸੀ ਤੇ ਸਾਨੂੰ ਤਾਂ ਸਾਰੇ ਦਿਨ ਦਾ ਹੀ ਨਹੀਂ ਸੀ ਪਤਾ ਲੱਗਦਾ। ਅਸੀਂ ਤੜਕੇ ਤੁਰਨਾ ਅਨੰਦਪੁਰ ਸਾਹਿਬ ਤੋਂ ਤੇ 9-10 ਵਜੇ ਪਹੁੰਚ ਜਾਣਾ ਗੁਰੂ ਜੀ ਕੋਲ, ਤੇ ਸ਼ਾਮ ਨੂੰ 6 ਕਦੋਂ ਵੱਜ ਜਾਣੇ ਸਾਨੂੰ ਨਹੀਂ ਪਤਾ ਲੱਗਣਾ। ਉੱਥੇ ਸਾਡਾ ਪ੍ਰਸ਼ਾਦਾ ਵੀ ਆ ਜਾਣਾ, ਉੱਥੇ ਅਸੀਂ ਇਕੱਠਿਆਂ ਬੈਠ ਕੇ ਛਕਣਾ ਉਸਤਾਦ ਜੀ ਦੇ ਨਾਲ ਹੀ। ਤੇ ਘਰੇ ਮਤਲਬ ਸਾਨੂੰ ਕਿਸੇ ਤਰ੍ਹਾਂ ਦਾ ਉਹਨਾਂ ਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਤੁਸੀਂ ਕੋਈ ਵੱਖਰੇ ਬਾਹਰੋਂ ਸਿੱਖਣ ਆਏ ਹੋਏ ਹੋ ਕਿ ਜਾਂ ਸਾਡੇ ਆਪਣੇ ਪੁੱਤਰ ਹੋ। ਇੰਨਾ ਮਤਲਬ ਪਿਆਰ ਉਹਨਾਂ ਨੇ ਵੀ ਦਿੱਤਾ। ਕਿੰਨਾ ਸਮਾਂ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਜਲੰਧਰ, ਜੇ ਮੈਂ ਕਹਾਂ ਕਿੰਨੇ ਅਰਸੇ ਤੁਸੀਂ ਉੱਥੋਂ ਆਉਂਦੇ ਰਹੇ ਰਬਾਬ ਸਿੱਖਣ ਦੇ ਲਈ? ਜੀ ਮੈਂ ਲਗਭਗ BA ਉੱਥੇ ਕੀਤੀ, 3 ਸਾਲ ਤਾਂ ਮੈਂ ਰਿਹਾ ਹੀ ਹਾਂ। ਉਸ ਤੋਂ ਬਾਅਦ ਵੀ ਮੈਂ 1.5 ਸਾਲ ਹੋਰ ਵੱਖਰਾ ਇਸ ਸਾਜ਼ ਨੂੰ ਲੈ ਕੇ ਸਿੱਖਣ ਦਾ ਕਰਕੇ ਮੈਂ ਉੱਥੇ ਬਾਬਾ ਜੀ ਦੇ ਕੋਲ ਹੀ ਰਿਹਾ ਕਿ ਮੈਂ ਹੋਰ ਅੱਗੇ ਮਿਹਨਤ ਕੀਤੀ ਜਾਵੇ ਇਸ ਤਰ੍ਹਾਂ। ਕੁੱਲ ਕਿੰਨਾ ਸਮਾਂ ਲੱਗਾ ਜਦੋਂ ਤੁਹਾਨੂੰ ਲੱਗਿਆ ਕਿ, ਕਿਉਂਕਿ ਜਿਹੜਾ ਕੋਈ ਵੀ ਅੱਜ ਕੱਲ੍ਹ ਜਿਵੇਂ ਕੋਈ ਸਰੰਗੀ ਵਜਾਉਂਦਾ ਹੈ, ਕੋਈ ਕੀਰਤਨ ਕਰਦਾ ਹੈ, ਉਹ ਇਹੀ ਕਹਿੰਦਾ ਕਿ ਨਹੀਂ ਮੈਂ ਤਾਂ ਜੇ ਸਿੱਖ ਹੀ ਰਿਹਾ। ਔਰ ਮੈਂ ਇਹ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਸਿੱਖਣ ਦੇ ਵਿੱਚ ਜਦੋਂ ਤੁਸੀਂ ਸਟੇਜ 'ਤੇ ਬੈਠਣ ਜੋਗੇ ਹੋ ਗਏ, ਸੰਗਤਾਂ ਨੂੰ ਸ਼ਬਦ ਸੁਣਾਉਣ ਜੋਗੇ ਹੋ ਗਏ, ਕਿੰਨਾ ਸਮਾਂ ਲੱਗਾ ਇਹ ਸਭ ਕੁਝ ਸਿੱਖਦਿਆਂ ਤੁਹਾਨੂੰ? ਇੱਕ ਮੈਂ ਵੱਡੀ ਬੇਨਤੀ ਇੱਕ ਕਰਨੀ ਚਾਹੁੰਦਾ ਹਾਂ ਕਿ ਜਿਹੜੀ ਸਾਡੇ ਦਿਮਾਗ ਦੇ ਵਿੱਚ ਅੱਜ ਗੱਲ ਭਰੀ ਗਈ ਆ ਕਿ ਇਹ ਸਾਜ਼ ਬੜੇ ਔਖੇ ਆ,
ਇਹ ਕਿਸੇ ਦੇ ਵਜਾਉਣ ਦੇ ਵੱਸ ਦੀ ਗੱਲ ਨਹੀਂ। ਉਹ ਇੱਕ ਗਲਤ ਕਿਸੇ ਨੇ ਫੈਲਾਈ ਹੋਈ ਹੈ ਗੱਲ ਲੋਕਾਂ ਦੇ ਦਿਮਾਗ ਦੇ ਵਿੱਚ। ਸ਼ਾਇਦ ਸਾਨੂੰ ਆਪਣੇ ਵਿਰਸੇ ਨਾਲੋਂ ਦੂਰ ਕਰਨ ਵਾਸਤੇ ਹੀ ਉਹ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਪਰ ਮੈਂ ਹਾਰਮੋਨੀਅਮ ਦੇ ਉੱਤੇ ਜਦੋਂ ਕੀਰਤਨ ਕਰਦਾ ਸੀ, ਥੋੜ੍ਹਾ ਬਹੁਤ ਮੈਨੂੰ ਨੌਲੇਜ ਆ ਗਈ ਕਿ ਸੁਰਾਂ ਦਾ ਹਿਸਾਬ ਪਤਾ ਲੱਗ ਗਿਆ। ਜਦੋਂ ਮੈਂ ਰਬਾਬ ਸ਼ੁਰੂ ਕੀਤੀ ਤੇ ਇਹ ਉਸਤਾਦ ਜੀ ਦੀ ਸਿਖਲਾਈ ਇਸ ਤਰ੍ਹਾਂ ਦੀ ਸੀ, ਉਹਨਾਂ ਨੇ ਸਾਨੂੰ ਮਿਹਨਤ ਹੀ ਇਸ ਤਰ੍ਹਾਂ ਕਰਵਾਈ ਕਿ ਮੈਂ ਤੀਜੇ ਚੌਥੇ ਮਹੀਨੇ 'ਚ ਹੀ ਸਟੇਜ ਦੇ ਉੱਤੇ ਰਬਾਬ ਲੈ ਕੇ ਬੈਠ ਗਿਆ ਤੇ ਖੁਦ ਮੈਂ ਕੀਰਤਨ ਕਰਨਾ ਆਰੰਭ ਕਰ ਦਿੱਤਾ। ਜਦੋਂ ਪਹਿਲੀ ਵਾਰੀ ਸਟੇਜ ਤੇ ਤੁਸੀਂ ਕੀਰਤਨ ਕੀਤਾ ਔਰ ਸੰਗਤਾਂ ਨੇ ਤੁਹਾਨੂੰ ਸੁਣਿਆ, ਕੋਈ ਸੰਗਤ ਦੇ ਵਿੱਚੋਂ ਬਾਅਦ ਵਿੱਚ ਜਿਵੇਂ ਕਹਿੰਦੇ ਆ ਨਾ, ਕਿਸੇ ਨੇ ਉੱਠ ਕੇ ਕਿਹਾ ਕਿ ਹਾਂ ਸ਼ਾਬਾਸ਼, ਸੁਣਨ ਦਾ ਬਹੁਤ ਆਨੰਦ ਆਇਆ, ਪਹਿਲੀ ਵਾਰ ਦੀ ਗੱਲ ਕਰਦਾ? ਕਾਫੀ ਸਮਾਂ ਹੋ ਗਿਆ ਇਸ ਗੱਲ ਨੂੰ, ਪਰ ਲਗਭਗ ਹਰ ਦੀਵਾਨ ਦੇ ਵਿੱਚ ਹੀ ਸੰਗਤ ਬਹੁਤ ਸ਼ਾਬਾਸ਼ ਸਾਨੂੰ ਦਿੰਦੀ ਹੈ ਕਿ ਤੁਸੀਂ ਆਪਣੀ ਪੁਰਾਣੀ ਵਿਰਾਸਤ ਦੇ ਨਾਲ ਜੁੜੇ ਹੋਏ ਹੋ ਤੇ ਸਾਨੂੰ ਕੀਰਤਨ ਦਾ ਆਨੰਦ ਵੀ ਬਹੁਤ ਆਇਆ। ਹੁਣ ਸਾਨੂੰ SGPC ਵੱਲੋਂ ਵੀ ਕਾਫੀ ਮਤਲਬ ਸਮਾਗਮਾਂ 'ਤੇ ਅਸੀਂ ਜਾਂਦੇ ਹਾਂ ਕੀਰਤਨ ਕਰਨ ਵਾਸਤੇ, ਤੇ ਉਹਨਾਂ ਦਾ ਵੀ ਕਹਿ ਲਈਏ ਕਿ ਸ਼੍ਰੋਮਣੀ ਕਮੇਟੀ ਖੁਦ ਵੀ ਚਾਹੁੰਦੀ ਹੈ ਕਿ ਅਸੀਂ ਮਤਲਬ ਇਹਨਾਂ ਨੂੰ ਜਿਹੜਾ ਮੁੜ ਸੁਰਜੀਤ ਕੀਤਾ ਜਾਵੇ, ਦਰਬਾਰ ਸਾਹਿਬ ਐਸੇ ਰਾਗੀਆਂ ਨੂੰ ਲੈ ਕੇ ਆਂਦਾ ਜਾਵੇ। ਕਿਉਂਕਿ ਪਿੱਛੇ ਕੁਝ ਦਿਨਾਂ ਤੋਂ ਸਾਡੀ ਗੱਲਬਾਤ ਚੱਲਦੀ ਸੀ ਉਹਨਾਂ ਨਾਲ 400 ਸਾਲਾਂ ਦੇ ਸੰਬੰਧ ਵਿੱਚ, ਤੇ 1 ਮਈ ਨੂੰ ਅਸੀਂ ਉੱਥੇ ਕੀਰਤਨ ਵੀ ਕੀਤਾ 33 ਸਾਜ਼ਾਂ ਦੇ ਨਾਲ। ਉਸ ਤੋਂ ਪਹਿਲਾਂ ਵਿਸਾਖੀ ਦਾ ਜਿਹੜਾ ਸੀਗਾ ਸਮਾਗਮ, ਉਹ ਤਲਵੰਡੀ ਸਾਬੋ ਕੀ, ਉਹ ਵੀ ਉੱਥੇ ਸਾਨੂੰ ਜਥੇਦਾਰ ਸਾਹਿਬ ਮਿਲੇ ਅਕਾਲ ਤਖਤ ਦੇ, ਉਹਨਾਂ ਨਾਲ ਸਾਰੀ ਵਿਚਾਰ ਵਟਾਂਦਰਾ ਇੱਦਾਂ ਹੀ ਗੱਲਾਂ ਬਾਤਾਂ ਹੋਈਆਂ ਤੇ ਬਹੁਤ ਖੁਸ਼ ਹੋਏ। ਉਹ ਕਹਿੰਦੇ ਕਿ ਸਾਨੂੰ ਵੀ ਜ਼ਰੂਰਤ ਆ, ਅਸੀਂ 33 ਸਾਜ਼ਾਂ ਵਾਲੇ ਜਿਹੜੇ ਜਥੇ ਆ ਉਹਨਾਂ ਨੂੰ ਭਰਤੀ ਕਰਨਾ ਚਾਹੁੰਦੇ ਆ ਦਰਬਾਰ ਸਾਹਿਬ ਦੇ ਵਿੱਚ। ਤੇ ਮਤਲਬ ਸੰਗਤ ਵੱਲੋਂ ਵੀ ਤੇ ਕਹਿ ਲਓ ਕਿ ਸ਼੍ਰੋਮਣੀ ਕਮੇਟੀ ਆਪਣੀ ਸਭ ਤੋਂ ਮੇਨ ਸੰਸਥਾ ਹੈ ਅੱਜ ਸਿੱਖ ਕੌਮ ਦੀ, ਤੇ ਉਹਨਾਂ ਵੱਲੋਂ ਵੀ ਸਾਨੂੰ ਭਰਵਾਂ ਹੁੰਗਾਰਾ ਜਿਹੜਾ ਹੈ ਉਹ ਮਿਲ ਚੁੱਕਾ ਹੈ। ਤੇ ਹੁਣ ਅੱਗੇ ਆਸ ਕਰਦੇ ਹਾਂ ਕਿ ਚਲੋ ਜਲਦੀ ਸ਼ਾਇਦ ਮਹਾਰਾਜ ਦੇ ਦਰਬਾਰ ਦੇ ਉੱਤੇ ਵੀ ਅਸੀਂ ਕੀਰਤਨ ਦੀ ਹਾਜ਼ਰੀ ਭਰੀਏ। ਬਹੁਤ ਸਾਰੀਆਂ ਧਾਰਮਿਕ ਸਟੇਜਾਂ 'ਤੇ ਆਪਾਂ ਦੇਖਦੇ ਹਾਂ ਕਿ ਹਾਰਮੋਨੀਅਮ ਦੇ ਨਾਲ ਹੀ ਕੀਰਤਨ ਕੀਤਾ ਜਾਂਦਾ ਹੈ ਔਰ 33 ਸਾਜ਼ਾਂ ਦੇ ਨਾਲ ਕਹਿ ਸਕਦੇ ਹਾਂ ਕਿ 100 ਦੇ ਵਿੱਚੋਂ ਕੋਈ 1-2 ਸਟੇਜਾਂ ਹੋਣਗੀਆਂ ਜਿੱਥੇ 33 ਸਾਜ਼ਾਂ ਦੇ ਨਾਲ ਕੀਰਤਨ ਕੀਤਾ ਜਾਂਦਾ। ਤੁਹਾਨੂੰ ਕੀ ਲੱਗਦਾ ਹੈ ਕਿ ਮੁੜ ਸੁਰਜੀਤ ਜੇ ਆਪਾਂ ਕਰਨ ਦੀ, ਜਿਵੇਂ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਵਧੀਆ ਉਪਰਾਲਾ ਹੈ, ਤੁਹਾਨੂੰ ਕੀ ਲੱਗਦਾ ਕਿ ਮੁੜ ਸੁਰਜੀਤ ਜੋ 33 ਸਾਜ਼ ਇਹਨਾਂ ਨੂੰ ਮੁੜ ਸੁਰਜੀਤ ਕਰਨ ਦੇ ਲਈ ਕਿੰਨੇ ਕੁ ਉਪਰਾਲੇ ਚੱਲ ਰਹੇ ਨੇ ਜੀ ਸਿੱਖ ਕੌਮ ਦੇ ਵਿੱਚ? ਹੁਣ ਲਗਭਗ ਬਹੁਤ ਸਾਰੀਆਂ ਟਕਸਾਲਾਂ ਅਤੇ ਵਿਦਿਆਲਿਆਂ ਦੇ ਵਿੱਚ 33 ਸਾਜ਼ਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਕਰੋਨਾ ਕਾਲ ਤੋਂ ਪਹਿਲਾਂ ਉਸਤਾਦ ਜੀ ਨੇ ਸਾਨੂੰ ਬੰਬੇ ਭੇਜਿਆ ਸੀ, ਸਾਡੀ ਟੀਮ, ਉਸਤਾਦ ਜੀ ਦੇ ਬੇਟੇ ਸਰਦਾਰ ਸਤਵਿੰਦਰਪਾਲ ਸਿੰਘ, ਉਹ ਵੀ ਬਹੁਤ ਵਧੀਆ ਸਰੰਗੀ ਵਾਦਕ ਨੇ, ਮੇਰੇ ਗੁਰਭਾਈ ਵੀ ਨਹੀਂ ਤੇ ਮੇਰੇ ਤੋਂ ਵੱਡੇ ਨੇ, ਮੇਰੇ ਉਸਤਾਦ ਦੀ ਜਗ੍ਹਾ 'ਤੇ ਨੇ ਉਹ। ਦੂਜਾ ਇੱਕ ਨਾਲ ਦਾ ਸਾਡੇ ਸਿੰਘ ਸੀ ਬਰਿੰਦਰਜੀਤ ਸਿੰਘ। ਅਸੀਂ 3-4 ਸਿੰਘ ਉੱਥੇ ਸਾਨੂੰ ਸਿਖਾਉਣ ਵਾਸਤੇ ਭੇਜਿਆ ਉਸਤਾਦ ਜੀ ਨੇ। ਇੱਕ ਅਕੈਡਮੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਗੀਤ ਅਕੈਡਮੀ, ਉਹਦੇ ਅੰਤਰਗਤ 250 ਬੱਚਾ ਹੈ ਪੂਰੇ ਮੁੰਬਈ ਦੇ ਵਿੱਚ, ਜਿਹੜੇ ਬੱਚੇ 33 ਸਾਜ਼ਾਂ ਨਾਲ ਜੁੜ ਚੁੱਕੇ ਨੇ। ਤੇ ਉਹ ਬੱਚੇ, ਉਹਨਾਂ ਦੇ ਵਿੱਚੋਂ 80 ਤੇ ਪੂਰੇ ਪਰਫੈਕਟ, ਜਿਨ੍ਹਾਂ ਨੂੰ ਆਸਾ ਦੀ ਵਾਰ ਵੀ ਆ, ਸਾਰਾ ਕੁਝ ਮਤਲਬ ਉਹ 25-25 26-26 ਰਾਗ ਉਹਨਾਂ ਦੇ ਹੋ ਗਏ 3 ਸਾਲਾਂ ਦੇ ਵਿੱਚ। ਤੇ ਬਹੁਤ ਬੱਚੇ ਮਿਹਨਤੀ ਨੇ। ਤੇ ਚਲੋ ਇਹ ਕਰੋਨਾ ਦਾ ਕਰਕੇ ਥੋੜ੍ਹਾ ਜਿਹਾ ਹੁਣ ਅਸੀਂ ਇੱਥੇ ਪੰਜਾਬ ਆ ਗਏ ਵਾਪਸ, ਉੱਥੇ ਸੂਟ ਨਹੀਂ ਸੀ ਕਰਦਾ। ਤੇ ਇੱਥੇ ਆ ਕੇ ਵੀ ਮੈਂ ਹੁਣ ਉਪਰਾਲਾ ਕੀਤਾ ਹੈ, ਤਰਨਤਾਰਨ ਸਾਹਿਬ 4S ਸਕੂਲ ਵਾਲੀ ਗਲੀ ਦੇ ਵਿੱਚ ਬਾਬਾ ਨਿਹਾਲ ਸਿੰਘ ਜੀ ਦਾ ਗੁਰਦੁਆਰਾ, ਉੱਥੇ ਮੈਂ ਕਲਾਸ ਸ਼ੁਰੂ ਕੀਤੀ ਹੈ ਹਰ ਮੰਗਲਵਾਰ ਤੇ ਸ਼ੁੱਕਰਵਾਰ। ਤੇ ਉੱਥੇ ਵੀ ਕਾਫੀ ਬੱਚਿਆਂ ਦਾ ਮਤਲਬ ਅਜੇ ਕਿਸੇ ਨੂੰ ਇੰਨਾ ਪਤਾ ਨਹੀਂ ਸ਼ਹਿਰ ਦੇ ਵਿੱਚ ਕਿ ਆਪਣੇ ਇਹ ਚੱਲ ਰਿਹਾ, ਤੇ ਫਿਰ ਵੀ ਲੋਕ ਜਿਹੜੇ ਆ ਉਹ ਕਾਫੀ 20-22 ਬੱਚੇ ਜਿਹੜੇ ਆ ਉੱਥੇ ਆ ਕੇ ਤੇ ਕਲਾਸ ਕਰਦੇ ਨੇ। ਜਿਹੜੀ ਇੱਕ ਗੱਲ ਬੜੀ ਮੇਰੇ ਖਿਆਲ ਦੇ ਵਿੱਚ ਕਿਹਾ ਜਾਂਦਾ ਕਿ ਬੱਚੇ ਮੋਬਾਈਲਾਂ ਦੇ ਵਿੱਚ ਖੁੱਬੇ ਜੀ, ਬੱਚੇ ਚੰਗੀ ਚੀਜ਼ ਜਿਹੜੀ ਆ ਉਹਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ, ਬੱਚਿਆਂ ਦੇ ਮਾਪਿਆਂ ਦਾ ਕਸੂਰ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਸਾਡੇ ਛੋਟੇ ਬਾਲ ਹੈ, ਜੇ ਉਹਨਾਂ ਨੂੰ ਇੱਧਰ ਪ੍ਰੇਰਿਤ ਕੀਤਾ ਜਾਵੇ 33 ਸਾਜ਼ ਵੱਲ ਕਹਿ ਲਈਏ ਜਾਂ ਗੁਰਮਤ ਵੱਲ ਕਹਿ ਲਈਏ, ਉਹ ਬੱਚੇ ਸੌਖੇ ਇੱਧਰ ਮੰਨ ਜਾਣਗੇ ਜਾਂ ਇੱਧਰ ਆਉਣ ਵਿੱਚ ਦਿਲਚਸਪੀ ਰੱਖਦੇ ਨੇ ਜੀ? 8 ਤੋਂ 18 ਸਾਲ ਦੀ ਉਮਰ ਹੁੰਦੀ ਹੈ ਜੀ, ਜਿਹਦੇ ਵਿੱਚ ਆਪਣਾ ਮਨ ਜਿਹੜਾ ਨਾ ਉਹ ਬਣਨਾ ਹੁੰਦਾ। ਇੱਕ ਵਾਰੀ ਜਿਹੜਾ ਬੱਚਾ ਜਿਹੜੇ ਵਹਿਣ ਦੇ ਵਿੱਚ ਵਹਿ ਗਿਆ ਉਹਦੇ ਵਿੱਚ ਵਹਿ ਜਾਂਦਾ, ਉਸ ਤੋਂ ਬਾਅਦ ਉਹਨੂੰ 18 ਸਾਲ ਤੋਂ ਬਾਅਦ ਮੋੜਨਾ ਬੜਾ ਮੁਸ਼ਕਿਲ। ਪਰ ਸਾਡੇ ਕੋਲ ਮੁੰਬਈ ਦੇ ਵਿੱਚ ਵੀ ਬੱਚੇ ਐਸੇ ਡੈਡੀਕੇਟਡ ਬੱਚੇ ਸੀਗੇ। ਇਹ ਛੋਟੀ ਜਿਹੀ ਬੱਚੀ ਹੈ 8 ਸਾਲ ਦੀ, ਆਈ ਸੀ ਮੇਰੇ ਕੋਲ, ਹੁਣ ਉਹ 11 ਸਾਲ ਦੀ ਹੈ। ਤੇ ਉਹ ਇੰਨੀ ਜ਼ਿਆਦਾ ਡੈਡੀਕੇਟਡ ਆ ਕਿ ਉਹਨੂੰ ਜੇ ਕੋਈ ਚੋਕਲੇਟ ਵੀ ਆਫਰ ਕਰਦਾ ਨਾ ਤੇ ਉਹ ਅੱਗੋਂ ਮਨਾ ਕਰ ਦਿੰਦੀ ਕਿ ਮੈਂ ਨਹੀਂ, ਮੈਂ ਰਿਆਜ਼ ਕਰਦੀ ਪਈ ਹਾਂ, ਇਸ ਤੋਂ ਬਾਅਦ ਮੈਨੂੰ ਜੇ ਤੁਸੀਂ ਦੇਣੀ ਆ ਤੇ ਉੱਥੇ ਰੱਖ ਦਿਓ, ਮੈਂ ਆਪੇ ਬਾਅਦ ਵਿੱਚ ਲੈ ਲਵਾਂਗੀ। ਮਤਲਬ ਬੱਚਿਆਂ ਦਾ ਧਿਆਨ ਇੰਨਾ ਜ਼ਿਆਦਾ ਇਸ ਪਾਸੇ
ਆਕਰਸ਼ਿਤ ਹੋ ਸਕਦਾ ਜੇ ਮਾਂ ਪਿਓ ਚਾਹਣ ਥੋੜ੍ਹੀ ਜਿਹੀ ਹੱਲਾਸ਼ੇਰੀ ਦੇ ਕੇ ਉੱਥੇ ਕਲਾਸਾਂ 'ਚ ਭੇਜਣ। ਤੇ ਇਹ ਸਾਜ਼ ਐਸੇ ਆ ਕਿ ਹਰ ਕਿਸੇ ਦਾ ਹਿਰਦਾ ਟੁੰਬਦੇ ਆ। ਇਹ ਗੁਰੂ ਨਾਨਕ ਪਾਤਸ਼ਾਹ ਨੇ ਐਵੇਂ ਨਹੀਂ ਰਬਾਬ ਨਾਲ ਕੀਰਤਨ ਕੀਤਾ। ਇਹ ਪੰਛੀਆਂ ਨੂੰ ਵੀ ਮਤਲਬ ਖਿਲਾਰਨ ਵਾਲੀ ਇੱਕ ਚੀਜ਼ ਆ ਕਿ ਜਿਹਦੇ ਨਾਲ ਉੱਡਦੇ ਪੰਛੀ ਵੀ ਇੱਕ ਕੁਝ ਸਮੇਂ ਵਾਸਤੇ ਜਿਹੜੇ ਸੀ ਉਹ, ਜਿੱਦਾਂ ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਅੰਕਿਤ ਕੀਤਾ ਕਿ ਸੁਣ ਮੁੰਨ ਨਗਰੀ ਭਾਈ। ਤੇ ਇਹ ਜਿਹੜੀ ਆ ਮਤਲਬ ਉਹ ਉਸ ਅਵਸਥਾ ਦੇ ਵਿੱਚ ਲੈ ਜਾਂਦੀ, ਇਹਨਾਂ ਦੀ ਟੋਨ ਹੀ ਐਸੀ। ਜਿਹੜੇ ਇਹ ਸਾਜ਼ ਆ, ਜੇਕਰ ਆਪਾਂ ਪੰਜਾਬ ਦੇ ਵਿੱਚ ਆਪਾਂ ਰਹਿ ਰਹੇ ਹਾਂ, ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚੋਂ ਜੇਕਰ ਕਿਸੇ ਨੇ ਖਰੀਦਣਾ ਹੋਵੇ ਜਾਂ ਤੁਸੀਂ ਕਿਤੋਂ ਲੈਣਾ ਹੋਵੇ, ਪੰਜਾਬ ਦੇ ਵਿੱਚੋਂ ਮਿਲ ਜਾਂਦੇ ਜੀ, ਸੌਖੇ ਮਿਲ ਜਾਂਦੇ ਆ ਜੀ ਇਹ ਸਾਜ਼? ਇਹ ਸਾਜ਼ਾਂ ਦੀ ਮਿਲਣ ਦੀ ਜਿਹੜੀ ਆ ਨਾ ਜੀ, ਉਹ ਬੜੀ ਕਿੱਲਤ ਆ। ਬੜੀ ਦਿੱਕਤ ਦੇ ਨਾਲ ਮੇਰੇ ਕੋਲ ਪਹਿਲਾਂ ਤੁਸੀਂ ਪਿੱਛੇ ਆ ਰਬਾਬ ਦੇਖ ਰਹੇ ਹੋ, ਇਹ ਰੈਡੀਮੇਡ ਹੀ ਬਣੀ ਹੋਈ ਆ ਕਿਸੇ ਦੁਕਾਨ ਤੋਂ, ਤੇ ਅਸੀਂ ਲੈ ਲੈਂਦੇ ਆ। ਉਹ ਲਖਨਊ ਵਗੈਰਾ ਤੋਂ ਬਣ ਕੇ ਆਉਂਦੇ ਨੇ ਸਾਜ਼, ਤੇ ਉਹ ਕਾਰੀਗਰ ਦੇਖ ਕੇ ਸਾਜ਼ ਵਰਗਾ ਸਾਜ਼ ਬਣਾ ਕੇ ਭੇਜੀ ਜਾਂਦੇ ਨੇ ਇੱਥੇ। ਉਹਨਾਂ ਦੇ ਵਿੱਚ ਉਹ ਵਿਚਾਰੇ ਗਰੀਬ ਪਰਿਵਾਰ ਨੇ, ਉਹਨਾਂ ਨੂੰ ਨਾ ਵਜਾਉਣਾ ਆਉਂਦਾ। ਉਹ ਸਿਰਫ ਇੱਕ ਰੋਜੀ ਰੋਟੀ ਦਾ ਸਾਧਨ ਹੈ। ਉਹਨਾਂ ਨੂੰ ਦੁਕਾਨਦਾਰ ਕੰਮ ਦੇ ਦਿੰਦੇ ਕਿ ਆਹ ਆਰਡਰ ਆਇਆ, ਇਹ ਭੁਗਤਾਉਣਾ ਹੈ ਆਪਾਂ ਨੇ। ਉਹ ਆਪਣੀ ਵੱਲੋਂ ਜਿੱਥੋਂ ਉਹਨਾਂ ਦੀ ਲੱਕੜ ਪਾੜਦੀ ਆ ਉੱਥੇ ਪੱਚ ਲਾ ਕੇ ਬੂਰਾ ਬਾਰਾ ਭਰ ਕੇ ਤੇ ਉਹ ਜਿੱਦਾਂ ਦਾ ਵੀ ਕੰਮ ਇੱਦਾਂ ਹੀ ਵਿਚਾਰੇ ਕਰ ਕੇ ਭੇਜ ਦਿੰਦੇ। ਕੋਈ ਕਾਰੀਗਰ ਨਹੀਂ ਹੈਗਾ ਜਿਹੜਾ ਵਧੀਆ ਤਰੀਕੇ ਦਾ ਸਾਜ਼ ਬਣਾ ਕੇ ਦਿੰਦਾ। ਇਹ ਜਿਹੜਾ ਮੈਂ ਸਾਜ਼ ਰੱਖਿਆ, ਇਹ ਹੈ ਤੇ ਅਫਗਾਨੀ ਰਬਾਬ ਆ, ਪਰ ਮੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ। ਨਾਨਕਸ਼ਾਹੀ ਕੋਈ ਰਬਾਬ ਬਣਾ ਕੇ ਨਹੀਂ ਦੇ ਰਿਹਾ ਉਹੋ ਜੀ। ਇਹ ਨਾਨਕਸ਼ਾਹੀ ਰਬਾਬ ਹੈ ਜਿਹੜੀ ਗੋਲ ਵਾਲੀ ਆ, ਇਹ ਜਿਹੜੀ, ਠੀਕ ਹੈ ਜੀ, ਇਹ ਪਿੱਛੋਂ ਗੋਲ ਹੁੰਦੀ ਆ। ਇਹ ਨਾਨਕਸ਼ਾਹੀ ਰਬਾਬ ਇਹਨੂੰ ਬੋਲਦੇ ਆ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਦਾਸੀਆਂ ਤੇ ਜਾਣ ਲੱਗੇ, ਉਹਨਾਂ ਨੇ ਭਾਈ ਫਰੰਦਾ ਜੀ ਕੋਲੋਂ ਜਿਹੜੀ ਰਬਾਬ ਬਣਵਾਈ ਉਹ ਇਹ ਸੀ, ਪਿੱਛੋਂ ਗੋਲ। ਤੇ ਹੁਣ ਸਾਨੂੰ ਕੋਈ ਗੋਲ ਐਸੀ ਰਬਾਬ ਬਣਾ ਕੇ ਹੀ ਨਹੀਂ ਦੇ ਰਿਹਾ ਕਾਰੀਗਰ ਕਿ ਜਿਹਦੀ ਟੋਨ ਅਸੀਂ ਸੰਗਤ ਨੂੰ ਸੁਣਾ ਸਕੀਏ। ਇਹ ਸਾਡੇ ਕੰਨਾਂ ਤੱਕ ਹੀ ਆਵਾਜ਼ ਨਹੀਂ ਪਹੁੰਚਦੀ ਜਿਨ੍ਹਾਂ ਨੇ ਗੋਡਿਆਂ 'ਤੇ ਰੱਖੀ ਹੋਈ, ਤੇ ਜਿਹੜਾ ਕੋਈ ਦੂਰ 10 ਫੁੱਟ ਦੂਰ ਬੈਠਾ ਉਹਦੇ ਤੱਕ ਕਿੱਥੇ ਆਵਾਜ਼ ਜਾਣੀ ਇਹਦੀ। ਤੇ ਇਹ ਜਿਹੜੀ ਰਬਾਬ ਆ, ਤੁਹਾਨੂੰ ਵਜਾ ਕੇ ਵੀ ਦੱਸਾਂਗੇ, ਇਹਦੀ ਟੋਨ ਜਿਹੜੀ ਆ ਉਹ ਫਿਰ ਵੀ, ਕਿਉਂਕਿ ਪਾਕਿਸਤਾਨੀ ਜਿਹੜੇ ਲੋਕ ਨੇ ਉਹਨਾਂ ਦਾ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਪੁਸ਼ਤੈਨੀ ਸਾਜ਼ ਆ। ਤੇ ਉਹਨਾਂ ਦੇ ਕਾਰੋਬਾਰ ਵੀ ਜਿਹੜੇ ਮਤਲਬ ਅਜੇ ਵੀ ਉਹਨਾਂ ਦੇ ਜਿਹੜੇ ਕਾਰੀਗਰ ਨੇ ਉਹ ਖਾਨਦਾਨੀ ਕਾਰੀਗਰ ਆ। ਅੱਗੇ ਦੀ ਅੱਗੇ ਜਿਨ੍ਹਾਂ ਦਾ ਦਾਦਾ ਕੰਮ ਕਰਦਾ ਸੀ ਜਾਂ ਉਹਨਾਂ ਦੇ ਬਜ਼ੁਰਗ ਕੰਮ ਕਰਦੇ ਸੀ, ਉਹ ਗਾਂਹ ਅੱਜ ਉਹਨਾਂ ਦੇ ਪੋਤਰੇ ਵੀ ਇਹ ਕੰਮ ਕਰ ਰਹੇ, ਸਾਜ਼ ਬਣਾ ਰਹੇ ਆ। ਤੇ ਉਹਨਾਂ ਦੇ ਸਾਜ਼ਾਂ ਦੇ ਵਿੱਚੋਂ ਆਵਾਜ਼ ਵੀ ਆਟੋਮੈਟਿਕ ਨਿਕਲਦੀ ਹੈ, ਕਿਉਂਕਿ ਅਫਗਾਨ ਦੇ ਕੁਝ ਇਲਾਕਿਆਂ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਰਬਾਬ ਹੀ ਜ਼ਿਆਦਾ ਵਜਾਈ ਜਾਂਦੀ ਹੈ। ਪਸ਼ਤੋ ਲੋਕ ਵਜਾਉਂਦੇ ਨੇ, ਪਠਾਨ ਲੋਕ। ਤੇ ਇਹ ਮੈਂ ਉੱਥੋਂ ਪਿਸ਼ਾਵਰ ਤੋਂ ਮੰਗਵਾਈ ਫਿਰ ਰਬਾਬ। ਹਾਂਜੀ। ਕੀ ਕਾਰਨ ਕੀ ਲੱਗਦਾ ਤੁਹਾਨੂੰ ਕਿ ਜੋ ਸਾਡੇ ਪੰਜਾਬ ਦੇ ਵਿੱਚ ਕਿਉਂ ਨਹੀਂ ਇੱਦਾਂ ਦੇ ਕਾਰੀਗਰ ਹੈਗੇ, ਹਿੰਦੁਸਤਾਨ ਦੇ ਵਿੱਚ ਕਿਉਂ ਨਹੀਂ ਇੱਦਾਂ ਦੇ ਕਾਰੀਗਰ ਹੈਗੇ ਜੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ, ਜਿਵੇਂ ਤੁਸੀਂ ਇਹ ਰਬਾਬ ਦੱਸਿਆ, ਇੱਦਾਂ ਦੀਆਂ ਰਬਾਬ ਜਾਂ ਇਵੇਂ ਦੀ ਰਬਾਬ ਕੋਈ ਬਣਾ ਸਕਣ? ਕੀ ਕਾਰਨ ਕੀ ਲੱਗਦਾ ਤੁਹਾਨੂੰ? ਵੇਖੋ ਜੀ, ਜਿਹੜਾ ਅੱਜ ਦਾ ਕਾਰਨ ਆ, ਜਦੋਂ ਤੋਂ ਮੈਂ ਸੁਰਤ ਸੰਭਾਲੀ ਹੋਈ ਹੈ, ਮੇਰੇ ਵੇਖਣ ਦੇ ਵਿੱਚ ਇਹ ਆ ਗਿਆ ਕਿ ਸਾਡੇ ਲੋਕ ਨਾ ਆਰਾਮ ਕਰਨ ਨੂੰ ਜ਼ਿਆਦਾ ਮਾਣ ਮਹਿਸੂਸ ਕਰਦੇ, ਵੀ ਸਾਡੇ ਥੱਲੇ ਬੰਦੇ ਚਾਰ ਕੰਮ ਕਰਦੇ ਹੋਣ ਪਰ ਅਸੀਂ ਨਾ ਕਰੀਏ ਹੱਥੀਂ। ਇੱਕ ਤੇ ਵੱਡਾ ਕਾਰਨ ਇਹ ਆ। ਦੂਜਾ ਹੁਣ ਆਇਲਟਸ ਆ ਗਈ। ਹਾਂਜੀ, ਜਿਨ੍ਹਾਂ ਨੇ ਇੱਥੇ ਕੰਮ ਕਰਕੇ ਦੇਣਾ ਸਾਨੂੰ, ਅਸੀਂ ਤਾਂ ਫਿਰ ਆਪੇ ਭਈਆਂ ਕੋਲ ਜਾਣਾ ਨਾ। ਚਲੋ ਲਫ਼ਜ਼ ਵਰਤਣਾ ਨਹੀਂ ਚਾਹੀਦਾ, ਉਹ ਵੀ ਜੋ ਵੀ ਹੈ, ਪਰ ਅਸੀਂ ਫਿਰ ਉਹਨਾਂ ਕਾਰੀਗਰਾਂ ਕੋਲ ਜਾਣਾ ਜਿਨ੍ਹਾਂ ਦਾ ਇਹਨਾਂ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਅਸੀਂ ਉਹਨਾਂ ਨੂੰ ਕਹਿਣਾ ਵੀ ਸਾਨੂੰ ਬਣਾ ਕੇ ਦਿਓ। ਉਹਨਾਂ ਨੇ ਆਪਣੀ ਮਰਜ਼ੀ ਦਾ ਜਿੱਦਾਂ ਵੀ ਮਰਜ਼ੀ ਪਾਨ ਖਾਂਦੇ ਨੇ ਬਣਾਈ ਜਾਣਾ। ਜੇ ਗੁਰੂ ਘਰ ਦੇ ਵਿੱਚ ਸਾਜ਼ ਵਜਣਾ, ਹਾਂਜੀ, ਕਿਸੇ ਨੇ ਪਾਨ ਖਾਂਦੇ ਨੇ, ਕੋਈ ਪਤਾ ਨਹੀਂ ਗੁਟਕੇ ਆਪਣੇ ਤੰਬਾਕੂ ਵਾਲੇ ਹੱਥ ਧੋਤੇ ਵੀ ਆ ਕਿ ਨਹੀਂ, ਬੀੜੀਆਂ ਪੀਂਦੇ ਉਸ ਤਰ੍ਹਾਂ ਹੀ ਆਣ ਕੇ ਸਾਜ਼ ਬਣਾਈ ਜਾਂਦੇ, ਉਹੀ ਗੁਰੂ ਦਰਬਾਰ ਦੇ ਵਿੱਚ ਵਜਾਉਣਾ ਅਸੀਂ। ਇਹ ਜਿਹੜੇ ਆਪਣੇ ਬੱਚੇ ਆ ਜਾਂ ਅਸੀਂ ਵੀ ਇਹੀ ਸੋਚਦੇ ਹਾਂ ਕਿ ਚਲੋ ਏਸੀ ਛੱਡੋ ਤੇ ਜਿਹੜਾ ਆਪਣਾ ਪ੍ਰੋਗਰਾਮ ਤੇ ਜਾਓ ਜਾਂ ਆਪਣੇ ਘਰੇ ਆ ਕੇ ਤੇ ਲੰਮੇ ਪੈ ਜਾਓ। ਹੱਥੀਂ ਜਿਹੜੀ ਕਿਰਤ ਆ ਉਹ ਨਹੀਂ ਰਹੀ। ਹੁਣ ਸਾਡੇ ਉਸਤਾਦ ਜੀ ਉਪਰਾਲਾ ਕਰ ਰਹੇ ਆ ਕਾਫੀ ਸਮੇਂ ਤੋਂ। ਉਹ ਜਿਹੜੀਆਂ ਖੁਦ ਸਰੰਗੀ ਵਜਾਉਂਦੇ ਆ ਨਾ, ਤੇ ਉਹ ਆਪ ਬਣਾਉਂਦੇ ਨੇ, ਸਰੰਗੀਆਂ ਵੀ ਆਪ ਬਣਾਉਂਦੇ ਨੇ। ਉਹਨਾਂ ਨੇ 2 ਰਬਾਬਾਂ ਵੀ ਬਣਾਈਆਂ ਨੇ, ਸੇਮ ਇਸੇ ਰਬਾਬ ਦਾ ਹੀ ਡਿਮੈਂਸ਼ਨ ਲੈ ਕੇ। ਹੁਣ ਅੱਗੇ ਉਹ ਉਪਰਾਲਾ ਕਰ ਰਹੇ ਨੇ, ਨਾਨਕਸ਼ਾਹੀ ਰਬਾਬ ਵੀ ਇੱਕ ਉਹਨਾਂ ਦੇ ਕੋਲ ਹੈ ਪੁਰਾਣੀ, ਤੇ ਉਹ ਸੇਮ ਉਸੇ ਤਰ੍ਹਾਂ ਦੀਆਂ। ਤੇ ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉਸਤਾਦ ਜੀ ਤੁਸੀਂ ਕਿਰਪਾ ਕਰਕੇ ਇੱਕ ਸਾਨੂੰ ਨਾਨਕਸ਼ਾਹੀ ਰਬਾਬ ਜ਼ਰੂਰ, ਕਿਉਂਕਿ ਇਹ ਨਾਨਕਸ਼ਾਹੀ ਕੀਰਤਨ ਵਿਰਾਸਤ ਜਿਹੜੀ ਹੈ, ਇਹ ਵਿਰਾਸਤ ਸਾਡੇ ਸਾਜ਼ ਹੀ ਆ। ਗੁਰੂ ਸਾਹਿਬ ਨੇ ਵਿਭਿੰਨਤਾ ਪਾਈ ਸੀ ਹਰ ਪੱਖੋਂ ਹੀ, ਕਿਉਂਕਿ ਜੇ ਮੁਸਲਮਾਨ ਦਾ ਪਹਿਰਾਵਾ ਸੀ ਤੇ ਮਹਾਰਾਜ ਨੇ ਸਿੱਖ ਨੂੰ ਵੀ ਪਹਿਰਾਵਾ ਬਖਸ਼ਿਆ ਕਿ ਇਹਦੀ ਵੱਖਰੀ ਪਛਾਣ ਹੋ ਸਕੇ। ਇਸੇ ਤਰ੍ਹਾਂ ਹੀ ਪਹਿਲਾਂ ਜਦੋਂ ਆ ਰਬਾਬ ਅਫਗਾਨੀ ਜਦੋਂ ਪ੍ਰਸਿੱਧ ਸੀਗੀ, ਤੇ ਮਹਾਰਾਜ ਨੇ ਰਬਾਬ ਨੂੰ ਇੱਕ ਵੱਖਰਾ ਜਿਹੜਾ ਸੀਗਾ ਦਿੱਖ ਦੇ ਦਿੱਤੀ, ਵੱਖਰੀ ਲੁੱਕ ਉਹਦੀ ਵੱਖਰੀ ਚੇਂਜ ਕਰਕੇ ਦੇ ਦਿੱਤੀ ਕਿ ਕਿਹਾ ਜਾਵੇ ਕਿ ਇਹ ਸਿੱਖ ਰਬਾਬ ਆ। ਮਤਲਬ ਇਹ ਨਹੀਂ ਕਿ ਉਸੇ ਨਾਲ ਹੀ ਮੁਸਲਮਾਨ ਜਿਹੜਾ ਆ ਉੱਥੇ ਗਾਣੇ ਗਾ ਰਿਹਾ ਤੇ ਉਸੇ ਰਬਾਬ ਨਾਲ ਹੀ ਕੀਰਤਨ ਹੋ ਰਿਹਾ। ਇੱਦਾਂ ਨਹੀਂ, ਗੁਰੂ ਜੀ ਨੇ ਉਸ ਸਿਧਾਂਤ ਨੂੰ ਚੇਂਜ ਕਰਨ ਦਾ ਕਰਕੇ
ਇਹਦਾ ਜਿਹੜੀ ਦੇਖੀ ਸੀ ਉਹਦੇ ਵਿੱਚ ਅੰਤਰ ਪਾ ਦਿੱਤਾ। ਤੁਸੀਂ ਹੁਣ ਤੱਕ ਜੇ ਆਪਾਂ ਗੱਲ ਕਰੀਏ ਕਿੱਥੇ ਕਿੱਥੇ ਜਾ ਕੇ ਇਸ ਰਬਾਬ ਦੇ ਨਾਲ ਸੰਗਤਾਂ ਨੂੰ ਕੀਰਤਨ ਸੁਣਾ ਕੇ ਆਏ ਹੋ, ਪੰਜਾਬ ਤੋਂ ਬਾਹਰ ਤੇ ਤੁਸੀਂ ਦੱਸਿਆ ਕਿ ਬੰਬੇ ਤੁਸੀਂ ਰਹਿ ਕੇ ਆਏ ਹੋ, ਹੋਰ ਕਿੱਥੇ ਕਿੱਥੇ ਤੁਸੀਂ ਸੰਗਤਾਂ ਨੂੰ ਇਹ ਰਬਾਬ ਦੇ ਨਾਲ ਕੀਰਤਨ ਕਰਕੇ ਸੁਣਾ ਕੇ ਆਏ ਹੋ? ਅਜੇ ਹਾਲ ਦੀ ਘੜੀ ਤੇ ਅਸੀਂ ਭਾਰਤ ਦੇ ਵਿੱਚ ਹੀ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਜਾ ਜਾ ਕੇ ਜਿੱਥੇ ਵੀ ਕੋਈ ਭੈਣ ਭਰਾ ਪਿਆਰ ਨਾਲ ਸਾਦਾ ਉੱਥੇ ਜਾਂਦੇ ਹਾਂ। ਤੇ ਫੋਰਨ ਦਾ ਤੇ ਹਜੇ ਕਿਤੇ ਨਹੀਂ ਗਏ ਅਸੀਂ। ਤੇ ਸ਼੍ਰੋਮਣੀ ਕਮੇਟੀ ਦੇ ਅਸੀਂ ਵੱਡੇ ਪ੍ਰੋਗਰਾਮਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੋਈ ਹੈ। ਇਹ ਵੀ ਹੁਣ ਕੁਝ ਸਮਾਂ ਜਦੋਂ ਮੈਂ ਬੰਬੇ ਤੋਂ ਵਾਪਸ ਆਇਆ ਉੱਥੋਂ ਆ ਕੇ ਹੀ ਸਾਡੀ ਮਤਲਬ ਅੰਦਰ ਗੱਲਬਾਤ ਹੋਈ ਤੇ ਅਸੀਂ ਜਾਣ ਲੱਗੇ ਹਾਂ ਪ੍ਰੋਗਰਾਮਾਂ ਦੇ ਉੱਪਰ। ਤੇ ਵੱਖਰੇ ਵੱਖਰੇ ਮਤਲਬ ਕਈ ਗੁਜਰਾਤ ਦੇ ਵਿੱਚ ਵੀ ਉੱਥੇ ਵਾਪੀ ਗੁਰੂ ਘਰ ਆ, ਉਹ ਵੀ ਸੰਗਤ ਬੜੀ ਪਿਆਰ ਵਾਲੀ ਆ, ਤੰਤੀ ਸਾਜਾਂ ਨੂੰ ਸੁਣਨਾ ਪਸੰਦ ਕਰਦੇ ਨੇ। ਉਸਤਾਦ ਜੀ ਦੇ ਨਾਲ ਅਸੀਂ ਉੱਥੇ ਗਏ, ਕੀਰਤਨ ਕੀਤਾ। ਹਜੂਰ ਸਾਹਿਬ ਤਖਤ ਸਾਹਿਬ ਦੇ ਉੱਤੇ ਕੀਰਤਨ ਕੀਤਾ ਹੈ, ਦਮਦਮਾ ਸਾਹਿਬ ਤਖਤ ਸਾਹਿਬ ਦੇ ਉੱਤੇ ਕੀਰਤਨ ਕੀਤਾ, ਮੰਜੀ ਸਾਹਿਬ ਇੱਥੇ ਕੀਰਤਨ ਕੀਤਾ, ਤਰਨਤਾਰਨ ਸਾਹਿਬ ਹਾਜ਼ਰੀ ਭਰਦੇ ਰਹੀਦਾ ਕਿਉਂਕਿ ਲੋਕਲ ਹੀ ਆਪਾਂ ਨੂੰ 5 ਕਿਲੋਮੀਟਰ ਆ। ਤੇ ਉੱਥੇ ਜਦੋਂ ਜਾ ਕੇ ਬੇਨਤੀ ਕਰੀਦੀ ਹੈ ਕਿ ਅਸੀਂ ਕੀਰਤਨ ਕਰਨਾ ਜੀ, ਤੇ ਉਹ ਸਮਾਂ ਦੇ ਦਿੰਦੇ ਕਿ ਕੋਈ ਗੱਲ ਨਹੀਂ, ਆਓ ਤੁਸੀਂ ਕਰੋ ਕੀਰਤਨ। ਤੇ ਹਰ ਥਾਂ ਸੰਗਤ ਪਿਆਰ ਬਖਸ਼ਦੀ ਆ, ਹਰ ਥਾਂ ਸੁਣਨਾ ਪਸੰਦ ਕਰਦੇ ਨੇ। ਇੱਕ ਗੱਲ ਹੋਰ ਵੀ ਹੈ, ਜਿਵੇਂ ਤੁਸੀਂ ਆਪਣੇ ਬਾਰੇ ਤੇ ਦੱਸਤਾ ਅੰਤਰ ਹਾਰਮੋਨੀਅਮ ਦਾ ਔਰ ਰਬਾਬ ਦਾ, ਕਿ ਜਦੋਂ ਤੁਸੀਂ ਉਹਨੂੰ ਵਜਾਉਂਦੇ ਹੋ ਇੱਕ ਵੱਖਰਾ ਆਨੰਦ ਆਉਂਦਾ ਤੁਹਾਨੂੰ ਵਜਾਉਣ ਦਾ। ਸੰਗਤਾਂ ਦੇ ਕੀ 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 ਕਹਿਣੇ ਆ ਇਸ ਦੇ ਸੰਬੰਧ ਵਿੱਚ? ਜਦੋਂ ਤੁਸੀਂ ਸੰਗਤਾਂ ਜਦੋਂ ਸੁਣਦੀਆਂ ਰਬਾਬ, ਉਹ ਕੀ ਕਹਿੰਦੀਆਂ? ਸੰਗਤ ਨੂੰ ਉਹਨਾਂ ਦੇ ਕੋਲ ਵੀ ਅਸਲ 'ਚ ਲਫ਼ਜ਼ ਨਹੀਂ ਹੁੰਦੇ, ਕਿਉਂਕਿ ਸਾਰੇ ਕਹਿੰਦੇ ਕਿ ਵਾਹ ਵਾਹ ਕਿਆ ਬਾਤ ਹੈ, ਕਮਾਲ ਕਰਤੀ। ਪਰ ਜਦੋਂ ਆਪਾਂ ਕਿਸੇ ਦਾ ਅੰਦਰ ਹਿਰਦਾ ਨਾ, ਇੱਕ ਸਾਨੂੰ ਭੈਣ ਜੀ ਮਿਲੇ ਸੀਗੇ ਤੇ ਅਸੀਂ ਗੁਰਦੁਆਰਾ ਸ਼ਹੀਦਾਂ ਸਾਹਿਬ ਸ਼ਹੀਦਗੰਜ ਸਾਹਿਬ ਕੀਤਾ ਸੀ ਅੰਮ੍ਰਿਤਸਰ ਸਾਹਿਬ। ਤੇ ਉਹ ਬੈਠੇ, ਉਹ ਬਾਹਰ ਆਏ, ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ। ਉਹ ਕਹਿੰਦੇ ਕਿ ਮੈਂ ਮਤਲਬ ਇੱਕ ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਪਹੁੰਚ ਗਈ ਸੀ ਕੀਰਤਨ ਸੁਣ ਕੇ। ਉਹਨਾਂ ਨੂੰ ਉਹ ਕਹਿੰਦੇ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਸਾਨੂੰ ਇੱਦਾਂ ਮਹਿਸੂਸ ਹੋ ਰਿਹਾ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਰੇਡੀਓ 'ਤੇ ਗੁਰਬਾਣੀ ਆਉਂਦੀ ਸੀ ਨਾ, ਵੀ ਮੈਨੂੰ ਉਹ ਮਾਹੌਲ ਲੱਗਣ ਲੱਗ ਗਿਆ ਬੈਠੀ ਬੈਠੀ ਨੂੰ, ਵੀ ਇਹ ਰੇਡੀਓ ਦੇ ਉੱਤੇ ਪੁਰਾਣਾ ਜਿਹੜਾ ਆ ਉਹ ਚੱਲ ਰਿਹਾ ਕੀਰਤਨ ਦਾ। ਤੇ ਤੁਸੀਂ ਮਤਲਬ ਕਿਵੇਂ ਇਹ ਮਤਲਬ ਪੁਰਾਤਨਤਾ ਕਿਵੇਂ ਆ ਗਈ? ਉਹਨਾਂ ਨੇ ਸਾਨੂੰ ਪੁੱਛਿਆ, ਅਸੀਂ ਕਿਹਾ ਚਲੋ ਸਾਡੀ ਤਾਂ ਮਿਹਨਤ ਹੀ ਇਸ ਤਰ੍ਹਾਂ ਦੀ ਹੋਈ ਹੈ, ਉਸਤਾਦ ਜੀ ਨੇ ਜਿਸ ਢੰਗ ਨਾਲ ਸਿਖਾਇਆ ਗੁਰਬਾਣੀ ਦਾ, ਜੋ ਜਿਹੜਾ ਗੁਰਬਾਣੀ ਕੀਰਤਨ ਦੀ ਨਾ ਇੱਕ ਵੀਰ ਜੀ ਸ਼ੈਲੀ ਹੈ, ਜਿਹੜੀ ਸ਼ੈਲੀ ਆ ਗੁਰਬਾਣੀ ਕੀਰਤਨ ਦੀ, ਉਹ ਸਾਨੂੰ ਇੱਕ ਲਾਈਨ ਸੁਣ ਕੇ ਵੀ ਪਤਾ ਲੱਗਣਾ ਚਾਹੀਦਾ ਕਿ ਗੁਰਬਾਣੀ ਕੀਰਤਨ ਇਹ ਆ, ਵੀ ਗੁਰਬਾਣੀ ਕੀਰਤਨ ਸੀ ਇਹ ਜੀ, ਕੀਰਤਨ ਹੋ ਰਿਹਾ। ਮਤਲਬ ਸਾਨੂੰ ਟਿਊਨ ਸੁਣ ਕੇ 2-4 ਮਿੰਟ ਬਾਅਦ ਨਾ ਨਿਰਣਾ ਕਰਨਾ ਪਵੇ ਕਿ ਇਹ ਗਾਣਾ ਆ ਕਿ ਸ਼ਬਦ ਆ। ਬਹੁਤਾਂ ਤੇ ਇਹੀ ਹੋ ਰਿਹਾ ਨਾ ਵੀ ਫਿਲਮਾਂ ਦੀਆਂ ਗਾਣਿਆਂ ਦੀਆਂ ਤਰਜ਼ਾਂ ਦੇ ਉੱਤੇ ਜਿਹੜੇ ਆ ਉਹ ਸ਼ਬਦ ਆਪਾਂ ਲਾ ਲਾ ਕੇ ਸੰਗਤ ਨੂੰ ਸੁਣਾਈ ਜਾ ਰਹੇ ਹਾਂ, ਪਰ ਉਹ ਵੀ ਗੁਰਬਾਣੀ ਦੀ ਬੇਦਬੀ ਆ, ਨਰਾਦਰ ਆ ਗੁਰਬਾਣੀ ਦਾ। ਕਿਉਂਕਿ ਜਿਹਦੇ ਵਿੱਚ ਗੁਰੂ ਸਾਹਿਬ ਨੇ ਜਿਹਦੇ ਵਿੱਚ ਜਿਹੜੇ ਰਾਗ ਦੇ ਵਿੱਚ ਲਿਖਿਆ, ਜਿਹੜੇ ਘਰ ਦੇ ਵਿੱਚ ਲਿਖਿਆ, ਉਸੇ ਦੇ ਵਿੱਚ ਹੀ ਗਾਉਣਾ। ਉਹ ਸਿਧਾਂਤ ਆ, ਸਿਧਾਂਤ ਦੇ ਉੱਤੇ ਚੱਲਦੇ ਰਹਾਂਗੇ ਤੇ ਗੁਰੂ ਸਾਹਿਬ ਕਦੇ ਵੀ ਆਪਣਾ ਜਿਹੜਾ ਉਹ ਹੱਥ ਸਿਰ ਤੋਂ ਨਹੀਂ ਚੱਕਣਗੇ। ਇੱਕ ਗੱਲ ਹੋਰ ਵੀ ਆ, ਜਿਹੜੀ ਰਬਾਬ ਹੈ, ਇਹਦਾ ਜੇ ਮੁੱਲ ਦੀ ਆਪਾਂ ਗੱਲ ਕਰੀਏ ਕਿ ਕਿੰਨੇ ਕੁ ਮੁੱਲ ਤੱਕ ਦੀ, ਤੁਸੀਂ ਦੱਸਿਆ ਕਿ ਤੁਹਾਨੂੰ ਬਾਹਰੋਂ ਮੰਗਾਉਣੀ ਪਈ, ਹਿੰਦੁਸਤਾਨ ਦੇ ਵਿੱਚ ਕੋਈ ਵਧੀਆ ਇੱਦਾਂ ਦੀ ਰਬਾਬ ਤੁਹਾਨੂੰ ਨਹੀਂ ਮਿਲੀ, ਕਿੰਨੇ ਕੁ ਮੁੱਲ ਦੀ ਤੁਹਾਨੂੰ ਪੈਸੇ ਖਰਚ ਕੇ ਜਿਹੜੀ ਹੈ ਬਾਹਰੋਂ ਮੰਗਵਾਉਣੀ ਪੈਂਦੀ ਹੈ? ਮੈਂ ਇਹ ਰਬਾਬ ਤਾਂ ਵੀਰ ਜੀ 35,000 ਲਗਭਗ ਲੱਗੇ ਸੀ ਸਾਡੇ ਪਾਕਿਸਤਾਨ ਤੋਂ ਮੰਗਾਉਣੀ, ਤੇ ਮਤਲਬ ਵਿੱਚ ਇਹਦਾ ਟਰੈਵਲ ਖਰਚਾ ਵੀ ਪਾ ਕੇ ਸਾਰਾ ਕੁਛ। ਤੇ ਬਾਕੀ ਇੱਧਰੋਂ ਜਿਹੜੀਆਂ ਰਬਾਬਾਂ ਮਿਲ ਜਾਂਦੀਆਂ ਨੇ ਉਹ 9,000 10,000 ਤੋਂ ਸ਼ੁਰੂ ਹੋ ਜਾਂਦੀਆਂ। ਕਈ ਲੋਕ ਬਣਾ ਕੇ ਮਤਲਬ ਜਾਂ ਜਿਨ੍ਹਾਂ ਦਾ ਬ੍ਰਾਂਡ ਚੱਲਿਆ ਹੋਇਆ, ਨਾਮ ਚੱਲਿਆ ਹੋਇਆ, ਉਹ 60,000 ਰੁਪਈਆ ਵੀ ਲਈ ਜਾਂਦੇ ਨੇ ਲੋਕਾਂ ਕੋਲੋਂ। ਹਾਂਜੀ। ਇੱਕ ਗੱਲ ਹੋਰ ਹੈ, ਅੰਤ ਦੇ ਵਿੱਚ ਮੈਂ ਇਹ ਪੁੱਛਣਾ ਚਾਹੂੰਗਾ ਕਿ ਜਿਹੜੇ ਹੁਣ ਸਾਡਾ ਪ੍ਰੋਗਰਾਮ ਦੇਖ ਰਹੇ ਆ, ਤੁਹਾਨੂੰ ਦੇਖ ਰਹੇ ਆ, ਹੱਥ ਦੇ ਵਿੱਚ ਫੜੀ ਰਬਾਬ ਦੇਖ ਰਹੇ ਆ, ਤੁਹਾਨੂੰ ਉਹਨਾਂ ਪਹਿਲਾਂ ਵੀ ਕਿਤੇ ਨਾ ਕਿਤੇ ਦੇਖਿਆ ਹੋਏਗਾ। ਜੇਕਰ ਆਪਾਂ ਗੱਲ ਕਰੀਏ ਉਹਨਾਂ ਮਾਪਿਆਂ ਦੀ ਜਾਂ ਬੱਚਿਆਂ ਦੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਬੱਚਿਆਂ ਨੂੰ ਜੇ ਕੀਰਤਨ ਹਾਰਮੋਨੀਅਮ ਸਿਖਾਉਣਾ ਚਾਹੁੰਦੇ ਆ ਜਾਂ ਚਾਹੁੰਦੇ ਆ ਕਿ ਬੱਚਿਆਂ ਨੂੰ ਇੱਧਰ ਪ੍ਰੇਰਿਆ ਜਾਵੇ, ਉਹਨਾਂ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ? ਮੈਂ ਇੱਕੋ ਹੀ ਬੇਨਤੀ ਸਾਰੀ ਸਿੱਖ ਕੌਮ ਨੂੰ ਕਰਨਾ ਚਾਹੂੰਗਾ ਕਿ ਸਾਡਾ ਇਹ ਵਿਰਸਾ ਆ, ਇਹਨੂੰ ਸੰਭਾਲੋ ਤਗੜੇ ਹੋ ਕੇ। ਅਸੀਂ ਵੀ ਪੂਰਾ ਆਪਣੇ ਵੱਲੋਂ ਯਤਨ ਕਰ ਰਹੇ ਹਾਂ। ਜਿੱਥੇ ਜਿੱਥੇ ਕੋਈ ਭੈਣ ਭਰਾ ਸਾਨੂੰ ਕਹਿੰਦਾ ਹੈ ਕਿ ਆਓ ਇੱਥੇ, ਜਾਂ ਕੋਈ ਬੱਚਿਆਂ ਨੂੰ ਸਮਝਾਓ ਜਾਂ ਪ੍ਰੇਰਨਾ ਦਿਓ ਜਾਂ ਕੋਈ ਕਲਾਸ ਸ਼ੁਰੂ ਕਰੋ, ਤੇ ਉੱਥੇ ਅਸੀਂ ਜਾਂਦੇ ਹਾਂ। ਅਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ ਆਪਾਂ ਇਹਨਾਂ ਚੀਜ਼ਾਂ ਬਾਰੇ ਦੱਸਣਾ ਸ਼ੁਰੂ ਕਰੀਏ ਹੌਲੀ ਹੌਲੀ, ਕਿ ਰਬਾਬ ਕਿਹੜਾ ਸਾਜ਼ ਸੀ, ਕਿਹੜੇ ਗੁਰੂ ਸਾਹਿਬ ਦੇ ਵੇਲੇ ਵਜਾਇਆ ਜਾਂਦਾ ਸੀ,
ਸਰੰਦਾ ਕਿਹੜੇ ਗੁਰੂ ਸਾਹਿਬ ਦਾ ਸਾਜ਼ ਆ। ਇਹ ਸਕੂਲਾਂ ਦੇ ਵਿੱਚ ਵੀ ਇੱਕ ਛੋਟਾ ਜਿਹਾ ਸਬਜੈਕਟ ਹੋ ਜਾਣਾ ਚਾਹੀਦਾ ਮੇਰੇ ਖਿਆਲ ਦੇ ਨਾਲ, ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ। ਛੋਟੇ ਛੋਟੇ ਬੜੇ ਉਪਰਾਲੇ ਕੀਤੇ ਜਾ ਸਕਦੇ ਜਿਨ੍ਹਾਂ ਨਾਲ ਛੋਟੀ ਪਨੀਰੀ ਨੂੰ ਦੱਸਿਆ ਜਾ ਸਕਦਾ ਸਾਰਾ ਕੁਝ। ਜਿੱਦਾਂ ਸਿੱਖ ਧਰਮ ਪ੍ਰਸ਼ਨੋਤਰੀ ਦੇ ਪਹਿਲਾਂ ਪ੍ਰਸ਼ਨ ਉੱਤਰ ਆਉਂਦੇ ਹੁੰਦੇ ਸੀ ਸਕੂਲਾਂ 'ਚ, ਮੈਂ ਵੀ ਪੇਪਰ ਉਹਨਾਂ ਦੇ ਦਿੰਦਾ ਹੁੰਦਾ ਸੀ। ਇਸੇ ਤਰ੍ਹਾਂ ਹੀ ਇੱਕ ਸਾਜ਼ਾਂ ਦੇ ਰਿਲੇਟਡ ਕੋਈ 10 ਕੁ ਪੇਜ ਦੀ ਮੇਰੇ ਖਿਆਲ ਨਾਲ ਛੋਟੀ ਜਿਹੀ ਕਿਤਾਬ ਹੋਵੇ, ਜਿਹਦੇ 'ਚ ਐਨ ਬੜਾ ਸੌਖਾ ਬੱਚਿਆਂ ਨੂੰ ਸਮਝਾਇਆ ਜਾ ਸਕਦਾ, ਸਾਰਾ ਦੱਸਿਆ ਜਾ ਸਕਦਾ। ਹੁਣ ਮੈਨੂੰ ਮੈਂ ਇਸ ਪਾਸੇ ਵੱਲ ਮੇਰਾ ਧਿਆਨ ਵੀ ਸੀਗਾ, ਕੀਰਤਨ ਸਿੱਖਣਾ ਮੈਂ ਸੋਚਿਆ ਹੈ ਕਿ ਸਿੱਖੂੰਗਾ ਜ਼ਰੂਰ। ਅਤੇ ਦੇਖ ਲਓ ਕਿ 12 ਜਮਾਤਾਂ ਕਰਨ ਤੋਂ ਤੱਕ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ ਇਹਨਾਂ ਦੇ ਨਾਲ। ਅਤੇ ਜੇ ਸਾਨੂੰ ਵੀ ਦੱਸਿਆ ਜਾਂਦਾ ਸ਼ੁਰੂ ਤੋਂ ਹੀ ਕਿ ਇਹਨਾਂ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ ਆਇਆ ਹੁਣ ਤੱਕ, ਅਤੇ ਉਹ ਮੈਨੂੰ ਸ਼ੁਰੂ ਤੋਂ ਪਤਾ ਹੋਣਾ ਸੀਗਾ ਇਹ ਗੱਲ। ਹੋ ਸਕਦਾ ਸੀ ਮੈਂ ਇਹਨੂੰ 6ਵੀਂ ਕਲਾਸ ਦੇ ਵਿੱਚ ਜਾਂ ਜਦੋਂ ਮੈਂ ਸੁਰਤ ਸੰਭਲਦਾ ਉਦੋਂ ਤੋਂ ਹੀ ਸ਼ੁਰੂ ਕਰ ਲੈਂਦਾ। ਹੁਣ ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਜੋ ਤੁਹਾਡੇ ਬਿਲਕੁਲ ਨਜ਼ਦੀਕ ਹੈ ਦਿਲ ਦੇ, ਉਹ ਚੀਜ਼ ਸਾਨੂੰ ਜ਼ਰੂਰ ਇੱਕ ਵਾਰੀ ਸੁਣਾਓ, ਕਿ ਕਿਉਂਕਿ ਸੰਗਤਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਕੀ ਚੀਜ਼ ਹੈ ਔਰ ਕਿਵੇਂ ਵੱਜਦੀ ਹੈ ਔਰ ਇਹਨਾਂ ਦੀ ਆਵਾਜ਼ ਕਿਵੇਂ ਹੈ। ਹਾਂਜੀ ਜ਼ਰੂਰ। ਮੈਂ ਹੁਣ ਸਮੇਂ ਦਾ ਰਾਗ ਹੈ ਰਾਗ ਤੁਖਾਰੀ, ਅਤੇ ਸਮਾਂ ਵੀ ਲਗਭਗ 5 ਵੱਜ ਗਏ ਨੇ, ਅਤੇ ਆਪਾਂ ਇਹਦੇ ਵਿੱਚ ਸ਼ਬਦ 2 ਲਾਈਨਾਂ ਮੈਂ ਜ਼ਰੂਰ ਗਾ ਕੇ ਸੁਣਾਉਂਗਾ। ਸਾਜਨ ਦੇਸ ਵਿਦੇਸੀਅੜੇ, ਸਾਜਨ ਦੇਸ ਵਿਦੇਸੀਅੜੇ, ਸਾਜਨ ਦੇਸ ਵਿਦੇਸੀਅੜੇ, ਸਾਨੇਹੜੇ ਦੇਂਦੀ, ਸਾਨੇਹੜੇ ਦੇਂਦੀ, ਸਾਜਨ ਦੇਸ ਵਿਦੇਸੀਅੜੇ। ਵਾਹ ਜੀ ਵਾਹ, ਬਹੁਤ ਖੂਬ। ਅੰਤ ਦੇ ਵਿੱਚ ਸਿੱਖ ਸੰਗਤਾਂ ਨੂੰ ਆਪਣੇ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਬਸ ਜੀ, ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਵੀ ਜੁੜੇ ਹੋਏ ਹਾਂ, ਅਤੇ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹਨਾਂ ਵੱਲ ਧਿਆਨ ਦਿੱਤਾ ਜਾਵੇ, ਇਹਨਾਂ ਨੂੰ ਮੁੜ ਸੁਰਜੀਤ ਕਰਨ ਦੇ ਵਿੱਚ ਬੱਚਿਆਂ ਨੂੰ ਇਸ ਵੱਲ ਪ੍ਰੇਰੋ। ਆਪਣੇ ਹੋਰ ਪ੍ਰਚਾਰ ਦੀ ਜਿੱਥੇ ਜਿੱਥੇ ਲੋੜ ਆ, ਕੋਈ ਸਾਨੂੰ ਸੰਪਰਕ ਕਰੋ, ਅਸੀਂ ਉੱਥੇ ਪਹੁੰਚ ਕੇ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਅਤੇ ਜਿੱਦਾਂ ਵੀ ਹੋ ਸਕਿਆ, ਜਿਸ ਤਰ੍ਹਾਂ ਵੀ ਮੈਂ ਤਾਂ ਸਾਰਿਆਂ ਨੂੰ ਇਹੀ ਸੱਦਾ ਦਿੰਦਾ, ਮੈਂ ਪੋਸਟਰ ਵੀ ਇੱਕ ਬਣਾ ਕੇ ਰੱਖਿਆ ਹੋਇਆ, ਅਤੇ ਪੋਸਟਰ ਨੂੰ ਕਰਦਾ ਰਹਿਣਾ ਫੇਸਬੁੱਕ ਵਗੈਰਾ 'ਤੇ ਸ਼ੇਅਰ ਕਰਦੇ ਰਹੀਦਾ, ਕਿ ਜੇ ਕੋਈ ਔਨਲਾਈਨ ਵੀ ਇਸ ਪਾਸੇ ਸਿੱਖਣਾ ਚਾਹੁੰਦਾ ਹੈ ਅਤੇ ਅਸੀਂ ਹਾਜ਼ਰ ਹਾਂ। ਅਤੇ ਬਾਕੀ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨ ਕਿ ਜਲਦੀ ਆਪਾਂ ਦੇਖਣ ਨੂੰ ਸਾਨੂੰ ਦਰਬਾਰ ਸਾਹਿਬ ਅਤੇ ਹੋਰ ਗੁਰੂ ਘਰਾਂ ਦੇ ਵਿੱਚ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਹੁੰਦਾ, ਅਸੀਂ ਫਿਰ ਉਸ ਪੁਰਾਤਨਤਾ ਦੇ ਵਿੱਚ ਆ ਜਾਈਏ, ਫਿਰ ਸਾਨੂੰ ਗੁਰੂ ਸਾਹਿਬ ਦੇ ਦਰਬਾਰ ਦੀ ਉਹ ਪੂਰੀ ਜਿਹੜੀ ਆ ਔਰਾ ਮਿਲ ਸਕੇ, ਸਾਨੂੰ ਫਿਰ ਗੁਰੂ ਮਹਾਰਾਜ ਦੀ ਉਸੇ ਤਰ੍ਹਾਂ ਹੀ ਬਾਣੀ ਗਾਈ ਹੋਈ ਜਿਹੜੀ ਹੈ ਸਾਡੇ ਤੱਕ ਜਾਵੇ, ਉਪਦੇਸ਼ ਜਿਹੜਾ ਗੁਰੂ ਸਾਹਿਬ ਦਾ ਉਹ ਸਾਰੀ ਦੁਨੀਆ ਦੇ ਵਿੱਚ ਜਾਵੇ ਇਹਨਾਂ ਸਾਜ਼ਾਂ ਦੇ ਨਾਲ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਇਹ ਸਨ ਭਾਈ ਗੁਰਪਾਲ ਸਿੰਘ ਜੀ, ਜੋ ਕਿ ਬੜੇ ਹੀ ਸੁਚੱਜੇ ਤਰੀਕੇ ਦੇ ਨਾਲ ਤੰਤੀ ਸਾਜ਼ ਵਜਾਉਂਦੇ ਆ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਜ਼ਰੂਰ ਪਸੰਦ ਕਰੋਗੇ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਗੁਰਸਿੱਖਾਂ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਂਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।